बिघनन के हर गोबिंद शुभ मत श्री हर राय नमो कर जोरी नमो श्री हर कृष्ण मनाओ तेग बहादुर परम कृपाला सतगुर परम कृपाला श्री गुरु गोबिंद सिंह बेसाला तरो तरा पर पुन पुन सीसा जी पुन पुन सीसा बंदो बार बार जगदीसा शंकर सतगुरु तेह प्रसाद सच होए वाहिगुरु जी की फतेह है बिघन बिनाशन सोए जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग गुरु ग्रंथ साहिब उदद बंदों कर अनुराग सतनाम श्री वाहिगुरु साहिब जीओ दोहरा हो तो जमन सब थोकियो लाहौरो सिंह कलाल भेजियो बंधैयन करन को सिंगन स्यों कुछ सवाल। वाहिगुरु जी का खालसा वाहिगुरु जी की फतेह। जुगो जुग अटल सतगुरु श्री गुरु ग्रंथ साहिब जी महाराज जी दी पावन पवित्र हजूरी च जुड़ बैठी गुरु की साजी और नवाजी हुई गुरु का खास रूप गुरु खालसा साध संगत जीओ तंता दे पात्र हो। पिछले पैरां दे सजे हुए दीवानां च हाजरियां भर के सतगुरु श्री गुरु ग्रंथ साहिब जी महाराज जी दे दर्शन परसरे दर्श परस कीनो गुरु ग्रंथ महाराज जी के पाप जन्मांतर के पुण्य रूप धारते श्री गुरु ग्रंथ साहिब जी महाराज जी दे दर्शनां दा ये महात्म है कि सतगुरां दे दर्शन परस के जन्म जन्मांतरां दे कीते हुए पाप पुन्नां विच बदल जांदे हन। चल रहे गुरु पंथ दे इतिहास की कथा आप जी बहुत ही अदब सत्कार ते शरधा सहित सरवण कर रहे हो। श्री अमृतसर साहब विखे समुचे पंथ ने एकत्र होकर जोड़ मेले मनाए हैं। बंदई खालसा और तत खालसा दो धड़ियां विच वंडिया होया। बंदईयां ने लड़न की तैयारी कर लई आखण साडी संगत वध सी असीं विचों हिस्सा लेना है जो चढ़ावा चढ़िया। सियाणे सिंह कहन लगे कि पंथ विच शामिल होके जिन्ने मर्जी हिस्से ले लो पर जे पंथ की मर्यादा तो बाहर चलना है तो फिर तुहाडे लई कोई हिस्सा नहीं। जदों ज्यादा लड़ाई का माहौल बनन लगा बंदईयां ने मेले का प्रबंध करन आए हुए एक तुर्क थानेदार नूं दुगने पैसों का लालच दे के अपने वल करन दा यतन कीता। तां
ਭਾਈ ਮਨੀ ਸਿੰਘ ਜੀ ਵਰਗੇ ਸਿੰਘਾਂ ਨੇ ਆਖਿਆ ਕਿ ਆਪਾਂ ਇਹ ਫੈਸਲਾ ਕਰਤਾ ਪੁਰਖ ਤੇ ਛੱਡੀਏ, ਅਰਦਾਸ ਕਰੀਏ। ਤਾਂ ਅਰਦਾਸ ਬੇਨਤੀ ਕਰਕੇ ਹਰ ਕੀ ਪੌੜੀ ਵਾਲੇ ਪਾਵਨ ਸਥਾਨ ਤੇ ਜਾ ਕੇ 2 ਚਿੱਠੀਆਂ ਸਰੋਵਰ ਵਿੱਚ ਪਾਈਆਂ ਗਈਆਂ ਫੈਸਲੇ ਵਾਸਤੇ ਕਿ ਜਿਹਦੀ ਚਿੱਠੀ ਤਰੇਗੀ ਉਹ ਪੰਥ ਰਹੇਗਾ ਔਰ ਉਹਦਾ ਹੀ ਪ੍ਰਬੰਧ ਹੋਵੇਗਾ। ਚਿੱਠੀਆਂ ਜਿਸ ਵੇਲੇ ਪਾਈਆਂ ਗਈਆਂ ਪਹਿਲਾਂ ਦੋਵੇਂ ਡੁੱਬ ਗਈਆਂ, ਗੱਲਾਂ ਚੱਲਣ ਲੱਗ ਪਈਆਂ ਜੇ ਦੋਵੇਂ ਡੁੱਬ ਗਈਆਂ ਇਹਦਾ ਮਤਲਬ ਦੋਵੇਂ ਪੰਥ ਨਹੀਂ ਰਹਿਣਗੇ। ਆਖਿਆ ਜੇ ਦੋਵੇਂ ਤਰ ਗਈਆਂ ਤਾਂ ਫਿਰ ਕਹਿੰਦੇ ਫਿਰ ਦੋਵੇਂ ਪੰਥ ਰਹਿਣਗੇ। ਜੇ ਇੱਕ ਤਰੀ ਤਾਂ ਇੱਕ ਪੰਥ ਰਹੇਗਾ, ਉਹ ਤਤ ਖਾਲਸਾ ਰਹੇ ਚਾਹੇ ਬੰਦਈ ਖਾਲਸਾ ਰਹੇ। ਸਤਿਗੁਰਾਂ ਦੀ ਕਿਰਪਾ ਵਰਤੀ, ਤਤ ਖਾਲਸੇ ਦੀ ਚਿੱਠੀ ਜਿਹਦੇ ਤੇ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਹੋਇਆ ਸੀ ਉਹ ਤਰ ਆਈ। ਫੈਸਲਾ ਹੋ ਗਿਆ, ਪਰ ਬੰਦਈਆਂ ਵਿੱਚੋਂ ਬਹੁਤ ਸਾਰੇ ਜਿਹੜੇ ਸਿੰਘ ਸਨ ਉਹ ਖਾਲਸੇ ਵਿੱਚ ਆ ਕੇ ਸ਼ਾਮਲ ਹੋ ਗਏ। ਕੁਝ ਕੁ ਉੱਥੋਂ ਚਲੇ ਗਏ ਪਾਸਾ ਵੱਟ ਕੇ, ਕੁਝ ਕੁ ਹੰਕਾਰ ਦੇ ਘੋੜੇ ਤੇ ਸਵਾਰ ਉਹਨਾਂ ਨੇ ਆਖਿਆ ਕਿ ਅਸੀਂ ਇਹ ਫੈਸਲਾ ਨਹੀਂ ਮੰਨਦੇ। ਉਹਨਾਂ ਨੇ ਲੜਨ ਦੀ ਠਾਣ ਲਈ ਹੋਈ ਸੀ ਕਿ ਅਸੀਂ ਤੇ ਤਲਵਾਰ ਦੇ ਜ਼ੋਰ ਨਾਲ ਹੀ ਆਪਣਾ ਫੈਸਲਾ ਕਰਨਾ। ਤੇ ਜਿਸ ਪ੍ਰਕਾਰ ਨਾਲ ਤਤ ਖਾਲਸੇ ਤੇ ਬੰਦਈ ਖਾਲਸੇ ਦਾ ਭੇੜ ਵੀ ਹੋਇਆ, ਉਹ ਕਥਾ ਭਾਈ ਰਤਨ ਸਿੰਘ ਜੀ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਲਿਖ ਰਹੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਤੋ ਜੋ ਮਨ ਸਭ ਥੋ ਕੀਓ, ਲਾਹੌਰੋਂ ਸਿੰਘ ਕਲਾਲ। ਬੰਦਈਆਂ ਦਾ ਇੱਕ ਮਨਸਬ ਸੀ। ਮਨਸਬ ਦਾ ਮਤਲਬ ਵੀ ਉਹਨਾਂ ਨੇ ਆਪਣਾ ਇੱਕ ਆਗੂ ਵਿਚੋਲਾ ਬਣਾਇਆ ਹੋਇਆ ਸੀ, ਜਿਹੜਾ ਜਾ ਕੇ ਤਤ ਖਾਲਸੇ ਨਾਲ ਗੱਲਬਾਤ ਕਰਦਾ ਸੀ। ਉਹਦੇ ਦੋਹਾਂ ਪਾਸੇ ਸੀ, ਪਰ ਉਹ ਬੰਦਈਆਂ ਵੱਲੋਂ ਆਗੂ ਸੀ। ਉਹਦਾ ਨਾਮ ਸੀ ਭਾਈ ਲਾਹੌਰਾ ਸਿੰਘ ਕਲਾਲ। ਕਿਸੇ ਸਮੇਂ ਕਲਾਲਾਂ ਦਾ ਜਿਹੜਾ ਕੰਮ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕਿਆਂ ਦੀ ਬਿਰਤੀ, ਉੱਥੇ ਜਾ ਕੇ ਸ਼ਰਾਬ ਵੇਚਣੀ ਖਰੀਦਣੀ, ਇਹ ਕੰਮ ਕਲਾਲ ਲੋਕ ਕਰਿਆ ਕਰਦੇ ਸੀ। ਪਰ ਉਹਨਾਂ ਕਲਾਲਾਂ ਦੀ ਇਸ ਗੰਦਗੀ ਵਿੱਚੋਂ, ਗਰਕ ਵਿੱਚੋਂ ਬਹੁਤ ਸਾਰੇ ਸਿੰਘ ਨਿਕਲੇ ਜਿਹੜੇ ਖੰਡੇ ਦੀ ਪੌਲ ਛਕ ਕੇ ਖਾਲਸੇ ਦੀ ਫੌਜ ਵਿੱਚ ਸ਼ਾਮਲ ਹੋਏ। ਉਹਨਾਂ ਵਿੱਚੋਂ ਹੀ ਇੱਕ ਮਹਾਨ ਯੋਧੇ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਚੌਥੇ ਜਥੇਦਾਰ, ਸਮੁੱਚੇ ਖਾਲਸੇ ਪੰਥ ਦੇ ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਇਹ ਵੀ ਕਲਾਲ ਪਰਿਵਾਰ ਵਿੱਚੋਂ ਸਨ। ਪਰ ਆਹਲੂਵਾਲੀਆ ਕਰਕੇ ਪ੍ਰਸਿੱਧ ਹੋਏ ਕਿਉਂਕਿ ਆਲੂ ਇਹਨਾਂ ਦਾ ਨਗਰ ਸੀ, ਉੱਥੋਂ ਦੇ ਰਹਿਣ ਵਾਲੇ ਸਨ। ਤੋ ਲਾਹੌਰਾ ਸਿੰਘ ਜਿਹੜਾ ਸੀ ਇਹ ਕਲਾਲ ਸੀ। ਹੁਣ ਖਾਲਸੇ ਦੀ ਫੌਜ ਵਿੱਚ ਆ ਕੇ ਖਾਲਸਾ ਸੱਜ ਗਿਆ। ਇਹ ਬੰਦਈ ਖਾਲਸੇ ਵੱਲੋਂ ਮਨਸਬਦਾਰ ਸੀ, ਯਾਨੀ ਕਿ ਉਹਨਾਂ ਵੱਲੋਂ ਵੱਡਾ ਆਗੂ ਸੀ ਜਿਹੜਾ ਬੰਦਈ ਖਾਲਸਿਆਂ ਦੀ ਪੈਰਵਾਈ ਕਰਦਾ ਸੀ। ਭੇਜਿਓ ਬੰਦਈਨ ਕਰਨ ਕੋ, ਸਿੰਘਨ ਸਿਓ ਕਿਛ ਸਵਾਲ। ਬੰਦਈਆਂ ਨੇ ਲਾਹੌਰਾ ਸਿੰਘ ਨੂੰ ਭੇਜਿਆ ਕਿ ਤੁਸੀਂ ਜਾ ਕੇ ਖਾਲਸੇ ਕੋਲ, ਤਤ ਖਾਲਸੇ ਕੋਲ ਜਾ ਕੇ ਸਾਡੀ ਗੱਲਬਾਤ ਕਰੋ, ਆਪਣੇ ਕੁਝ ਸਵਾਲ ਕਰਨੇ ਹੋਣਗੇ। ਕਿਉਂਕਿ ਇਹ ਵਿੱਚ ਸਾਂਝੇ ਸੀ। ਲਾਹੌਰਾ ਸਿੰਘ ਦਾ ਪੰਥ ਵਿੱਚ ਵੀ ਸਤਿਕਾਰ ਸੀ, ਬੰਦਈ ਖਾਲਸੇ ਵਿੱਚ ਵੀ ਉਹਦਾ ਮਨਸਬਦਾਰ ਸੀ, ਵੱਡਾ ਰੁਤਬਾ ਸੀ। ਤੋ ਬੰਦਈਆਂ ਨੇ ਆਪਣੇ ਵੱਲੋਂ ਗੱਲਬਾਤ ਕਰਨ ਵਾਸਤੇ ਲਾਹੌਰਾ ਸਿੰਘ ਕਲਾਲ ਨੂੰ ਖਾਲਸੇ ਪੰਥ ਕੋਲ ਭੇਜਿਆ। ਜੋ ਪਈ ਸਾਥ ਉਸੇ ਥੋ ਬੇਟਾ ਆਇਆ। ਲਾਹੌਰਾ ਸਿੰਘ ਦਾ ਇੱਕ ਲੜਕਾ ਸੀ, ਸਿੰਘ ਭਜੰਗੀ ਉਹਦਾ,
ਉਹ ਵੀ ਨਾਲ ਆਇਆ ਆਪਣੇ ਪਿਤਾ ਦੇ। ਨਾਮ ਸੰਗਤ ਸਿੰਘ ਤਿਸ ਕੋ ਪਾਇਆ। ਉਹਦਾ ਨਾਮ ਸੀ ਸੰਗਤ ਸਿੰਘ, ਲੌਰਾ ਸਿੰਘ। ਫਿਰ ਉਹਦਾ ਪੁੱਤਰ ਉਹਦੇ ਨਾਲ ਆਇਆ ਖਾਲਸੇ ਦੇ ਕੋਲ, ਉਹਦੇ ਪੁੱਤਰ ਦਾ ਨਾਮ ਸੀ ਭਾਈ ਸੰਗਤ ਸਿੰਘ। ਕਾਨ ਸਿੰਘ ਬਾਬਾ ਉਸ ਬੋਲਿਓ। ਹੁਣ ਉਧਰ ਬਾਬਾ ਕਾਨ ਸਿੰਘ ਜੀ ਜੋ ਗੁਰੂ ਅੰਗਦ ਸਾਹਿਬ ਦੀ ਅੰਸ਼ ਬੰਸ ਵਿੱਚੋਂ ਸਨ, ਉਹ ਵੀ ਪੰਥ ਦੇ ਆਗੂਆਂ ਵਿੱਚੋਂ ਸੀ, ਤਤ ਖਾਲਸੇ ਦੇ ਆਗੂਆਂ ਵਿੱਚੋਂ ਸੀ। ਜਦੋਂ ਲੌਰਾ ਸਿੰਘ ਚੱਲ ਕੇ ਆਇਆ ਨਾ ਆਪਣੇ ਪੁੱਤਰ ਸਮੇਤ, ਤੇ ਬਾਬਾ ਕਾਨ ਸਿੰਘ ਨੂੰ ਆ ਕੇ ਉਹਨੇ ਫਤਿਹ ਗਜਾਈ, ਤੇ ਬਾਬਾ ਕਾਨ ਸਿੰਘ ਜੀ ਅੱਗੋਂ ਬੋਲੇ, ਕਹਿਣ ਲੱਗੇ, ਤੁਮ ਪਰ ਖਾਲਸਾ ਹੱਥ ਚੈ ਖੋਲਿਓ। ਕਹਿਣ ਲੱਗੇ, ਲੌਰਾ ਸਿਆਂ, ਬੰਦਈਆਂ ਦੇ ਉੱਤੇ ਖਾਲਸਾ ਆਪਣੇ ਹੱਥ ਖੋਲਣਾ ਚਾਹੁੰਦਾ, ਕਿਉਂਕਿ ਉਹ ਮਹਾਰਾਜ ਜੀ ਦਾ ਫੈਸਲਾ ਨਹੀਂ ਪਏ ਮੰਨਦੇ। ਜਦੋਂ ਫੈਸਲਾ ਹੀ ਆਪਾਂ ਪਰਮੇਸ਼ਰ ਤੇ ਛੱਡ ਦਿੱਤਾ, ਗੁਰੂ ਤੇ ਛੱਡ ਦਿੱਤਾ, ਕਿ ਜਿਹਦੀ ਚਿੱਠੀ ਤਰੇਗੀ ਉਸੇ ਦਾ ਗੁਰੂ ਘਰਾਂ ਤੇ ਪ੍ਰਬੰਧ ਹੋਵੇਗਾ, ਤੇ ਉਸੇ ਦਾ ਹੀ ਇਹ ਸਾਰਾ ਚੜਾਵਾ ਹੋਵੇਗਾ, ਤੇ ਪੰਥੀ ਹੋ ਰਹੇਗਾ। ਜਦੋਂ ਸਤਿਗੁਰਾਂ ਨੇ ਫੈਸਲਾ ਹੀ ਕਰ ਦਿੱਤਾ, ਚਿੱਠੀ ਤਤ ਖਾਲਸੇ ਦੀ ਤਾਰਾ ਹੀ ਹੈ, ਤੇ ਬੰਦਈ ਫਿਰ ਵੀ ਹਾਲੇ ਬਾਦ ਨਹੀਂ ਆਉਂਦੇ। ਇਸ ਕਰਕੇ ਸਿੰਘ ਕੁਝ ਗਰਮ ਹੋ ਰਹੇ ਨੇ। ਉਹ ਹੁਣ ਤੁਹਾਡੇ ਬੰਦਈਆਂ ਦੇ ਉੱਤੇ ਆਪਣੇ ਹੱਥ ਖੋਲਣਾ ਚਾਹੁੰਦੇ ਹਨ। ਕਯੋ ਨ ਕਿਨੇ ਆਮ ਖਬਰ ਨ ਕਈ। ਲੌਰਾ ਸਿਆਂ, ਤੂੰ ਸਾਡਾ ਮਿੱਤਰ ਹੈ, ਤੇ ਕਿਤੇ ਇਹ ਨਾ ਮੁੜ ਕੇ ਦੱਸੀ ਵੀ ਤੁਹਾਨੂੰ ਕਿਸੇ ਨੇ ਖਬਰ ਨਹੀਂ ਦਿੱਤੀ। ਮੈਂ ਤੁਹਾਨੂੰ ਪਹਿਲਾਂ ਆਗਾਹ ਕਰ ਰਿਹਾ। ਲੌਰਾ ਸਿੰਘ ਜੀ, ਤੁਹਾਡਾ ਸਾਡੇ ਨਾਲ ਵੀ ਪ੍ਰੇਮ ਹੈ, ਤੇ ਬੰਦਈਆਂ ਵੱਲੋਂ ਤੁਸੀਂ ਆਗੂ ਹੋ। ਭਾਈ ਕਾਨ ਸਿੰਘ ਜੀ ਨੇ ਸਿਆਣੀ ਗੱਲ ਕੀਤੀ, ਕਹਿੰਦੇ ਇਹ ਨਾ ਮੁੜ ਕੇ ਆਖੀ ਕਿ ਅਸੀਂ ਤੁਹਾਨੂੰ ਖਬਰ ਨਹੀਂ ਦਿੱਤੀ। ਹਮਨੇ ਖਬਰ ਤੁਮ ਕੋ ਕਰ ਦਈ। ਮੇਰਾ ਫਰਜ਼ ਸੀ ਤੁਹਾਨੂੰ ਪਹਿਲਾਂ ਖਬਰ ਦੇਣੀ, ਕਿਉਂਕਿ ਕੁਝ ਸਿੰਘ ਗਰਮ ਨੇ, ਉਹ ਬੰਦਈਆਂ ਤੇ ਹਮਲਾ ਕਰਨ ਨੂੰ ਤਿਆਰ ਬੈਠੇ ਨੇ, ਕਿਉਂਕਿ ਬੰਦਈ ਵਧੀਕੀਆਂ ਕਰ ਰਹੇ ਨੇ। ਉਹ ਮਹਾਰਾਜ ਜੀ ਦਾ ਫੈਸਲਾ ਵੀ ਮੰਨਣ ਤੋਂ ਮੁਨਕਰ ਨੇ। ਜਦੋਂ ਗੁਰੂ ਰਾਮਦਾਸ ਸਾਹਿਬ ਨੇ ਚਿੱਠੀ ਤਾਰ ਦਿੱਤੀ ਤਤ ਖਾਲਸੇ ਦੀ, ਫਿਰ ਹੁਣ ਤਾਂ ਲੜਾਈ ਨਹੀਂ ਰਹਿਣੀ ਚਾਹੀਦੀ, ਪਰ ਉਹ ਫਿਰ ਵੀ ਬਿਰਤੀ ਇਦਾਂ ਦੀ ਰੱਖਦੇ ਆ। ਇਸ ਕਰਕੇ ਲੌਰਾ ਸਿਆਂ, ਮੈਂ ਤੈਨੂੰ ਪਹਿਲਾਂ ਆਗਾਹ ਕਰ ਦਿੱਤਾ ਹੈ, ਸਾਵਧਾਨ ਕਰ ਦਿੱਤਾ ਹੈ ਕਿ ਕਦੇ ਵੀ ਸਿੰਘ ਬੰਦਈਆਂ ਤੇ ਹੱਲਾ ਬੋਲ ਸਕਦੇ ਨੇ। ਮੀਰੀ ਸਿੰਘ ਸਦ ਬੇਟੋ ਲਿਓ। ਇਹਦੇ ਨੂੰ ਬੈਠਿਆਂ ਬੈਠਿਆਂ ਕਾਨ ਸਿੰਘ ਜੀ ਵੀ ਬੈਠੇ ਤੇ ਲੌਰਾ ਸਿੰਘ ਜੀ ਵੀ ਬੈਠੇ ਸਨ, ਕਿ ਇਹਨੇ ਨੂੰ ਭਾਈ ਕਾਨ ਸਿੰਘ ਨੇ ਆਪਣੇ ਪੁੱਤਰ ਮੀਰੀ ਸਿੰਘ ਨੂੰ ਸੱਦ ਲਿਆ। ਮੀਰੀ ਸਿੰਘ ਨੂੰ ਬੁਲਾਇਆ। ਸਾਤ ਸੰਗਤ ਸਿੰਘ ਕੁਲਾਵਤ ਭਇਓ। ਕਾਨ ਸਿੰਘ ਜੀ ਕਹਿਣ ਲੱਗੇ, ਲੌਰਾ ਸਿਆਂ, ਵੀ ਤੂੰ ਵੀ ਨਹੀਂ ਬਚਨ ਮੰਨਦਾ ਗੁਰੂ ਰਾਮਦਾਸ ਜੀ ਦਾ। ਜਦੋਂ ਉਹਨਾਂ ਨੇ ਤਤ ਖਾਲਸੇ ਦੀ ਚਿੱਠੀ ਤਾਰ ਦਿੱਤੀ ਹੈ, ਤੇ ਤੈਨੂੰ ਤਾਂ ਹੁਣ ਬੰਦਈਆਂ ਵਾਲੇ ਪਾਸਿਓਂ ਛੱਡ ਕੇ ਸਾਡੇ ਪੰਥ ਵਿੱਚ ਤਤ ਖਾਲਸੇ 'ਚ ਆ ਜਾਣਾ ਚਾਹੀਦਾ। ਸੰਗਤ ਲੌਰਾ ਸਿੰਘ ਜੀ ਚੁੱਪ। ਭਾਈ ਕਾਨ ਸਿੰਘ ਜੀ ਕਹਿੰਦੇ, ਚੱਲ ਆਪਾਂ ਏਦਾਂ ਕਰੀਏ ਵੀ ਤੇਰਾ ਪੁੱਤ ਤਗੜਾ, ਨਾਲੇ ਭਲਵਾਨੀ ਵੀ ਕਰ ਲੈਂਦਾ, ਮੇਰਾ ਪੁੱਤ ਕਮਜ਼ੋਰ ਹੈ, ਇੱਥੇ ਆਪਾਂ ਫਿਰ ਵੇਖ ਲੈਨੇ ਆ ਗੁਰੂ ਦੀ ਕਲਾ ਕਿਵੇਂ ਵਰਤਦੀ, ਫਿਰ ਤਾਂ ਮੰਨੇਗਾ ਨਾ। ਚਲੋ ਚਿੱਠੀ ਤਰੀ ਨੂੰ ਨਹੀਂ ਮੰਨਦੇ, ਇੱਕ ਫੈਸਲਾ ਆਪਾਂ ਹੋਰ ਗੁਰੂ ਸਾਹਿਬ ਤੇ ਛੱਡ ਦਈਏ। ਤੇਰਾ ਪੁੱਤਰ ਭਲਵਾਨੀ ਵੀ ਕਰਦਾ, ਉਹ ਬਲੀ ਵੀ ਹੈ, ਮੇਰੇ ਪੁੱਤ ਦਾ ਸਰੀਰ ਜਿਹੜਾ ਉਹ ਥੋੜਾ ਕਮਜ਼ੋਰ ਵੀ ਹੈ, ਤੇ ਉਹਨੂੰ ਭਲਵਾਨੀ ਦੇ ਦਾ ਪੇਚ ਵੀ ਨਹੀਂ ਆਉਂਦੇ। ਆਪਾਂ ਏਦਾਂ ਕਰੀਏ, ਆਪਣੇ ਦੋਹਾਂ ਪੁੱਤਰਾਂ ਦਾ ਘੋਲ ਕਰਾਉਨੇ ਆ, ਕੁਸ਼ਤੀ ਕਰਾਉਨੇ ਆ ਦੋਵਾਂ ਦੀ, ਇਹ ਦੋਵੇਂ ਕੁਸ਼ਤੀ ਕਰਨ, ਜਿਹੜਾ ਹਾਰੇਗਾ ਉਹ ਜਿੱਤਣ ਵਾਲੇ ਦੀ ਗੱਲ ਮੰਨ ਲਏਗਾ। ਦੱਸ ਲੌਰਾ ਸਿਆਂ, ਮੰਨਦਾ ਇਸ ਫੈਸਲੇ ਨੂੰ? ਛੱਡੀਏ ਇੱਕ ਵਾਰੀ ਫੇਰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਡੋਰੀਆਂ। ਲੌਰਾ ਸਿੰਘ ਨੇ ਹਾਮੀ ਭਰ ਦਿੱਤੀ, ਕਹਿੰਦਾ ਜੀ ਠੀਕ ਹੈ, ਹਾਂਜੀ। ਮਲਨ ਜਿਮ ਦੋ ਕੁਲ ਨੇ ਡਾਏ। ਮੀਰੀ ਸਿੰਘ ਤੇ ਸੰਗਤ ਸਿੰਘ। ਮੀਰੀ ਸਿੰਘ ਬਾਬੇ ਕਾਨ ਸਿੰਘ ਦਾ ਪੁੱਤਰ ਸੀ, ਤਤ ਖਾਲਸੇ ਵੱਲੋਂ ਘੁਲਿਆ। ਸੰਗਤ ਸਿੰਘ ਲੌਰਾ ਸਿੰਘ ਕਲਾਲ ਦਾ ਪੁੱਤਰ ਸੀ, ਉਹ ਬੰਦਈ ਖਾਲਸੇ ਵੱਲੋਂ ਘੁਲਿਆ। ਦੋਹਾਂ ਨੇ ਹੱਥ ਮਿਲਾਏ ਤੇ ਘੁਲਣਾ ਸ਼ੁਰੂ ਕੀਤਾ। ਮੁਖੋਂ ਬਚਨ ਤਿੰਨ ਇਮ ਕਰ ਲਏ। ਉਹ ਤੋਂ ਪਹਿਲਾਂ ਇਹ ਬਚਨ ਕਰ ਲਏ ਸਨ ਦੋਹਾਂ ਨੇ ਘੁਲਣ ਵੇਲੇ। ਸੰਗਤ ਸਿੰਘ ਤੇ ਮੀਰੀ ਸਿੰਘ ਨੇ ਆਪਸ ਵਿੱਚ ਕਹਿੰਦੇ, ਆਪਾਂ ਭਰਾ ਆ, ਕੁਸ਼ਤੀ ਕਰਨ ਲੱਗੇ, ਕੋਈ ਲੜਾਈ ਨਹੀਂ ਹੈ ਆਪਣੀ। ਇਹ ਆਪਣੇ ਜਿਵੇਂ ਹਾਸੀ ਖੇਡੀ ਦੇ ਵਿੱਚ ਕਹਿੰਦੇ ਮਹਾਰਾਜ ਜੀ ਦੀ ਕਲਾ ਵੇਖਣ ਵਾਸਤੇ ਆਪਾਂ ਕਰਨ ਲੱਗੇ ਆ ਨਾ, ਵੀ ਜਿੱਤ ਤਤ ਖਾਲਸੇ ਦੀ ਹੁੰਦੀ ਹੈ ਕਿ ਬੰਦਈਆਂ ਦੀ ਹੁੰਦੀ ਹੈ।
ਤੇ ਜਿਹੜਾ ਜਿੱਤੇਗਾ ਇਦਾਂ ਆਪਸ ਵਿੱਚ ਉਹਨਾਂ ਨੇ ਗੱਲਬਾਤ ਕੀਤੀ। ਜੋ ਜੀਤੇ ਤਿਨ ਪੰਥ ਲਿਆਏ। ਕਹਿਣ ਲੱਗੇ ਜਿਹੜਾ ਜਿੱਤੇਗਾ ਉਹ ਹਾਰੇ ਹੋਏ ਨੂੰ ਆਪਣੇ ਪੰਥ ਚ ਲਿਆਏਗਾ। ਜੇ ਸੰਗਤ ਸਿੰਘ ਜਿੱਤ ਗਿਆ ਤਾਂ ਉਹ ਮੀਰੀ ਸਿੰਘ ਨੂੰ ਬੰਦਈ ਖਾਲਸੇ 'ਚ ਸ਼ਾਮਲ ਕਰੇਗਾ, ਤੇ ਜੇ ਮੀਰੀ ਸਿੰਘ ਜਿੱਤ ਗਿਆ ਤੇ ਉਹ ਸੰਗਤ ਸਿੰਘ ਨੂੰ ਤਤ ਖਾਲਸੇ 'ਚ ਲਿਆਏਗਾ। ਇਹ ਫੈਸਲਾ ਹੁਣ ਆਪਾਂ ਕਰਨਾ ਹੈ। ਇਮ ਕਰ ਲੀਨੇ ਬਚਨ ਪਕਾਏ। ਇਹਦਾ ਇਹ ਬਚਨ ਪਕਾ ਲਏ, ਇਹਨਾਂ ਨੇ ਕੌਲ ਕਰ ਲਿਆ। ਦੋਹਰਾ ਮੀਰੀ ਸਿੰਘ ਕਾਹਨ ਕੋ ਉਹ ਸੰਗਤ ਸਿੰਘ ਕਲਾਲ। ਮੀਰੀ ਸਿੰਘ ਕਾਹਨ ਸਿੰਘ ਦਾ ਪੁੱਤਰ ਹੈ ਤੇ ਸੰਗਤ ਸਿੰਘ ਲੌਰਾ ਸਿੰਘ ਦਾ ਪੁੱਤਰ ਹੈ। ਪੁੰਗੇ ਕੁਲੇ ਅਕਾਲ ਤਲ ਸਭ ਪੰਥ ਦੇਖਣ ਵਾਲ। ਅਕਾਲ ਤਖਤ ਸਾਹਿਬ ਦੇ ਸਾਹਮਣੇ ਖਾਲੀ ਥਾਂ ਸੀ, ਕੱਚਾ ਥਾਂ ਸੀ ਆਲੇ ਦੁਆਲੇ। ਉੱਥੇ ਹੀ ਨੇੜੇ ਇੱਕ ਅਖਾੜਾ ਜਿਹਾ ਬਣਾ ਕੇ ਘੁਲਣ ਲੱਗੇ। ਕੱਚਾ ਥਾਂ ਸੀ ਤੇ ਦੋਵੇਂ ਮੀਰੀ ਸਿੰਘ ਤੇ ਸੰਗਤ ਸਿੰਘ ਜੀ ਘੁਲਣ ਲੱਗੇ। ਚੋਪਈ ਮੀਰੀ ਸਿੰਘ ਜਬ ਹੱਥ ਛੁਹਾਇਆ। ਮੀਰੀ ਸਿੰਘ ਨੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦਾ ਆਸਰਾ ਲਿਆ, ਕਲਗੀਧਰ ਨੂੰ ਮਨਾਇਆ ਤੇ ਸੰਗਤ ਸਿੰਘ ਦਾ ਹੱਥ ਪਕੜਿਆ। ਤੁਰਤ ਸੰਗਤ ਸਿੰਘ ਹੇਠਾਂ ਆਇਆ। ਕਹਿੰਦੇ ਹੱਥ ਫੜਿਆ, ਜ਼ੋਰ ਨਾਲ ਝਟਕਾ ਦਿੱਤਾ ਹੱਥ ਖਿੱਚ ਕੇ ਕਿ ਸੰਗਤ ਸਿੰਘ ਨੂੰ ਝਟਕਾ ਮਾਰ ਕੇ ਥੱਲੇ ਨਾਲ ਹੀ ਮੀਰੀ ਸਿੰਘ ਨੇ ਜ਼ਮੀਨ ਤੇ ਪਾ ਲਿਆ। ਉਹਦੀ ਕੰਡ ਲਾ ਦਿੱਤੀ ਥੱਲੇ। ਇਮ ਕੀਓ ਪੁਚੰਗੀ ਉਸ ਕੋ ਪੂਤ। ਕਹਿੰਦੇ ਏਦਾਂ ਜਦੋਂ ਢਾ ਲਿਆ ਤੇ ਉੱਤੇ ਬਹਿ ਗਿਆ ਮੀਰੀ ਸਿੰਘ ਸੰਗਤ ਸਿੰਘ ਤੇ। ਕਹਿੰਦਾ ਤਤ ਖਾਲਸੇ ਦੀ ਫਤਿਹ ਹੋਈ ਆ। ਗੁਰੂ ਰਾਮਦਾਸ ਸਾਹਿਬ ਨੇ ਦੁਬਾਰਾ ਫਿਰ ਸੰਕੇਤ ਦੇ ਦਿੱਤਾ। ਹਾਂਜੀ। ਬਚਿਓ ਲੋਹਰਾ ਸਿੰਘ ਕਰ ਸੂਤ। ਮੀਰੀ ਸਿੰਘ ਨੇ ਝੱਟ ਸੰਗਤ ਸਿੰਘ ਨੂੰ ਆਖਿਆ, ਭਾਈ ਹੁਣ ਸਾਡਾ ਪ੍ਰਸ਼ਾਦ ਛਕ ਤਤ ਖਾਲਸੇ ਦਾ, ਕਿਉਂਕਿ ਇਹਨਾਂ ਨੇ ਵੈਸ਼ਨਵ ਮਤ ਬਣਾ ਲਿਆ ਸੀ। ਤੋ ਉਸੇ ਵੇਲੇ ਤਤ ਖਾਲਸੇ ਦਾ ਜਿਹੜਾ ਪ੍ਰਸ਼ਾਦ ਉਹਦੇ ਮੂੰਹ 'ਚ ਪਾਇਆ, ਛਕਾ ਕੇ ਉਹਨੂੰ ਸਿੰਘ ਸਜਾ ਲਿਆ। ਕਹਿੰਦਾ ਵੀ ਤੂੰ ਤਾਂ ਆ ਗਿਆ ਸਾਡੇ ਵੱਲ। ਤੇ ਹੁਣ ਬਾਬਾ ਕਾਹਨ ਸਿੰਘ ਜੀ ਲੌਰਾ ਸਿੰਘ ਨੂੰ ਕਹਿੰਦੇ, ਲੌਰਾ ਸਿਆ ਹੁਣ ਆਪਾਂ ਘੁਲੀਏ ਕਿ ਪੁੱਤਰਾਂ ਦੇ ਘੋਲ ਦੇ ਨਾਲ ਹੀ ਗੱਲ ਬਣ ਜੂ। ਲੌਰਾ ਸਿਆ ਹੁਣ ਤੂੰ ਦੱਸ, ਤੇਰਾ ਕੀ ਖਿਆਲ ਹੈ ਭਾਈ? ਹੁਣ ਤੂੰ ਆਉਣਾ ਤਤ ਖਾਲਸੇ 'ਚ ਕਿ ਤੈਨੂੰ ਵੀ ਲਿਆਈਏ? ਏਦਾਂ ਬਚਨ ਹੋਏ। ਅੱਗੇ ਸੁਨੋ ਮਹੰਤ ਉਸ ਬਾਤ। ਲੌਰਾ ਸਿੰਘ ਨੇ ਹੱਥ ਜੋੜ ਕੇ ਆਖਿਆ, ਮੈਂ ਵੀ ਪੰਥ ਦਾ ਹਾਂ, ਮੈਂ ਵੀ ਪੰਥ ਦਾ। ਮੈਂ ਤਾਂ ਜ਼ਾਹਰ ਕਲਾ ਪਹਿਲਾਂ ਹੀ ਮੰਨ ਲਈ ਸੀ ਸਤਿਗੁਰਾਂ ਦੀ, ਅੱਜ ਦੁਬਾਰਾ ਵਰਤ ਗਈ ਹੈ। ਉਸੇ ਵੇਲੇ ਲੌਰਾ ਸਿੰਘ ਨੇ ਵੀ ਤਤ ਖਾਲਸੇ 'ਚ ਸ਼ਮੂਲੀਅਤ ਕੀਤੀ, ਤਤ ਖਾਲਸੇ ਵਿੱਚ ਰਲ ਗਿਆ। ਏਦਾਂ ਲੌਰਾ ਸਿੰਘ ਤੇ ਉਹਦਾ ਪੁੱਤਰ ਸੰਗਤ ਸਿੰਘ ਦੋਵੇਂ ਤਤ ਖਾਲਸੇ 'ਚ ਆ ਗਏ। ਉਧਰ ਹੁਣ ਮੰਤ ਦੀ ਗੱਲ ਸੁਣੋ। ਜਿਹੜਾ ਬੰਦਈਆਂ ਦਾ ਮੰਤ ਸੀ ਨਾ, ਉਹਦੀ ਵਾਰਤਾ ਸੁਣੋ। ਜਿਮ ਕਰ ਹੋਇਓ ਉਸ ਕੋ ਘਾਤ। ਮੰਤ ਕਿਵੇਂ ਆਪਣੀ ਕਰਤੂਤ ਨਾਲ ਮਰਿਆ। ਜਿਹੜਾ ਬੰਦਈਆਂ ਦਾ ਮਹੰਤ ਸੀ ਉਹਦਾ ਕਿਵੇਂ ਘਾਤ ਹੋਇਆ। ਕਹਿਓ ਖਾਲਸੇ ਛੱਡ ਜਾਓ ਡੇਰਾ। ਸਿੰਘਾਂ ਨੇ ਸੁਨੇਹਾ ਭੇਜਿਆ ਕਿ ਭਾਈ ਹੁਣ ਤੁਸੀਂ ਇੱਥੋਂ ਡੇਰਾ ਛੱਡ ਕੇ ਅਕਾਲ ਤਖਤ ਸਾਹਿਬ ਤੋਂ ਚਲੇ ਜਾਓ, ਕਿਉਂਕਿ ਆਮਣੇ ਸਾਹਮਣੇ ਰਹਿਣਗੇ ਸਿੰਘ, ਲੜਾਈ ਪੜਾਈ ਹੋਵੇਗੀ। ਜਦੋਂ ਲੰਘੋਗੇ ਦੋਵੇਂ, ਇੱਕ ਪਾਸੇ ਇਧਰੋਂ ਸਿੰਘ ਨੇ, ਉਧਰੋਂ ਬੰਦਈ ਨੇ, ਘੂਰ ਕੱਪੀ ਹੋਵੇਗੀ। ਤੁਸੀਂ ਇਹਦੇ ਨਾਲੋਂ ਚੰਗਾ ਵੀ ਇੱਥੋਂ ਚਲੇ ਜਾਓ। ਨਾਲੇ ਗੁਰੂ ਰਾਮਦਾਸ ਸਾਹਿਬ ਨੇ ਫੈਸਲਾ ਕਰ ਦਿੱਤਾ, ਚਿੱਠੀ ਤਰ ਗਈ ਆ ਤਤ ਖਾਲਸੇ ਦੀ, ਉਹ ਹੁਣ ਤੁਹਾਨੂੰ ਵੀ ਮੰਨਣੀ ਚਾਹੀਦੀ ਆ। ਗੁਰੂ ਕੇ ਸਿੱਖੋ ਤੁਸੀਂ ਵੀ। ਉਹਨੂੰ ਮੰਤ ਨੂੰ ਕਿਹਾ ਵੀ ਤੂੰ ਹੁਣੇ ਡੇਰਾ ਛੱਡ ਕੇ ਇੱਥੋਂ ਚਲਾ ਜਾ। ਮੰਨੀ ਨਾ ਗੱਲ ਉਸ ਮੱਚ ਗਿਓ ਰੋਰਾ। ਉਹਨੇ ਗੱਲ ਨਹੀਂ ਮੰਨੀ। ਕਹਿੰਦਾ ਤੁਹਾਨੂੰ ਭਜਾਵਾਂਗਾ, ਮੈਂ ਨਹੀਂ ਜਾਂਦਾ ਇੱਥੋਂ। ਜਿਹੜਾ ਉਹ ਮੰਤ ਸੀ ਵਿਗੜਿਆ ਹੋਇਆ ਸੀ ਬੰਦਈਆਂ ਦਾ, ਕਹਿੰਦਾ ਮੈਂ ਨਹੀਂ ਇੱਥੋਂ ਜਾਂਦਾ। ਇਹ ਗੱਲ ਸੁਣਦਿਆਂ ਸਿੰਘਾਂ ਨੂੰ ਵੀ ਹੁਣ ਪੰਥ ਜਿਹੜਾ ਮੇਲਾ ਸੀ ਉਹ ਤਾਂ ਚਲਾ ਹੀ ਗਿਆ ਸੀ ਨਾ, ਸੰਗਤ ਚਲੀ ਗਈ ਸੀ। ਸਿੰਘ ਤਾਂ ਅੱਗੇ ਟਾਈਮ ਪਾਸ ਕਰਦੇ ਸੀ। ਹੁਣ ਵੇਖਿਆ ਸੰਗਤ ਚਲੀ ਗਈ ਹੈ, ਹੁਣ ਜੇ ਬੋਲਣਗੇ 3-13 ਕਰਨਗੇ ਤਾਂ ਹੁਣ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਏਗੀ, ਦੰਡ ਵੀ ਦਿੱਤਾ ਜਾਏਗਾ। ਤਾਂ ਉਸ ਵੇਲੇ ਫਿਰ ਸਿੰਘਾਂ ਨੇ ਵੀ ਰੌਲਾ ਸੁਣਿਆ। ਦੋਹਰਾ ਦੋਹੋਂ ਔਰ ਰੋਰਾ ਪਿਓ
ਮਾਰੇ ਮਾਰ ਸੋਏ। ਗੱਲ ਕੀ ਦੋਹਾਂ ਪਾਸਿਓਂ ਰੌਲਾ ਮਚ ਗਿਆ। ਇਧਰੋਂ ਜਿਹੜੇ ਤਤ ਖਾਲਸੇ ਦੇ ਕੁਝ ਗਰਮਜੋਸ਼ੀ ਵਾਲੇ ਸਿੰਘ ਸਨ ਉਹ ਵੀ ਉੱਠ ਪਏ, ਉਧਰੋਂ ਬੰਦਈਆਂ ਦੇ ਜਿਹੜੇ ਕੁਝ ਬੰਦਈ ਖਾਲਸੇ ਦੇ ਸਨ ਉਹ ਵੀ ਉੱਠ ਕੇ ਆ ਗਏ। ਹਾਥ ਉਠਿਓ ਤਵ ਖਾਲਸੇ ਰੋਕ ਨ ਸਕਿਓ ਕੋਏ। ਜਦੋਂ ਖਾਲਸੇ ਦਾ ਹੱਥ ਉੱਠਦਾ ਤੇ ਫਿਰ ਉਹਨੂੰ ਕੌਣ ਰੋਕ ਸਕਦਾ ਸੀ। ਜਦੋਂ ਤਤ ਖਾਲਸੇ ਦੇ ਭੁਜੰਗੀਆਂ ਨੇ, ਯੋਧਿਆਂ ਨੇ, ਮਰਦਾਂ ਨੇ, ਸੂਰਮਿਆਂ ਨੇ ਹੱਲਾ ਬੋਲਿਆ, ਅੱਗੋਂ ਬੰਦਈਆਂ ਕੋਲੋਂ ਝੱਲਿਆ ਨਹੀਂ ਗਿਆ। ਚੋਪਈ ਅਕਾਲ ਅਕਾਲ ਕਹਿ ਉੱਠੇ ਸਿੰਘ ਤਾਈ। ਅਕਾਲ ਅਕਾਲ ਗੁਰਬਾਰੇ ਅਕਾਲ ਕਹਿੰਦਿਆਂ ਸਿੰਘਾਂ ਨੇ ਹੱਲਾ ਬੋਲ ਦਿੱਤਾ। ਬਾੜੇ ਕੀਜਾ ਬਾੜ ਪੁਟਾਈ। ਜਿਹੜਾ ਉਹਨਾਂ ਨੇ ਆਲੇ ਦੁਆਲੇ ਬਾੜਾ ਕੀਤਾ ਹੋਇਆ ਸੀ ਨਾ, ਬੰਦਈਆਂ ਨੇ ਗੜੀ ਜੀ ਬਣਾ ਲਈ ਸੀ, ਜਾਂਦਿਆਂ ਸਿੰਘਾਂ ਨੇ ਪਹਿਲਾਂ ਬਾੜਾਂ ਪੁੱਟੀਆਂ। ਦੋ ਵੱਲ ਤੇ ਸ਼ਸਤਰ ਚੜੇ। ਉਹਨਾਂ ਵੀ ਅੱਗੋਂ ਸ਼ਸਤਰ ਚਲਾਏ, ਇਧਰੋਂ ਸਿੰਘਾਂ ਦੇ ਵੀ ਸ਼ਸਤਰ ਚੱਲੇ। ਤੈ ਨਾ ਬੰਦਈ ਸਕੇ ਹੋਏ ਖੜੇ। ਹੁਣ ਸਿੰਘਾਂ ਦੀਆਂ ਤਲਵਾਰਾਂ ਅੱਗੇ ਕਿਵੇਂ ਖਲੋਂਦੇ। ਉਸੇ ਵੇਲੇ ਕਹਿੰਦੇ ਬੰਦਈਆਂ ਨੇ ਤਲਵਾਰਾਂ ਸੁੱਟ ਦਿੱਤੀਆਂ। ਕਰ ਮਹੰਤ ਜੋ ਉਨੇ ਬਹਾਇਓ। ਉਹਨਾਂ ਬੰਦਈਆਂ ਨੇ ਜਿਹੜਾ ਆਪਣਾ ਮਹੰਤ ਬਣਾ ਕੇ ਬਿਠਾਇਆ ਸੀ ਨਾ ਵੀ ਮੁਖੀਆ ਹੁਣ ਇਹ ਸਾਡਾ ਗੱਦੀ ਦਾ ਮਾਲਕ ਹੈ, ਉਹਨਾਂ ਨੇ ਬਾਬੇ ਬੰਦੇ ਬਹਾਦਰ ਤੋਂ ਬਾਅਦ ਗੱਦੀ ਟੋਰ ਲਈ ਸੀ ਵੀ ਆਹ ਹੁਣ ਸਾਡੀ ਗੱਦੀ ਦਾ ਮਾਲਕ ਜਿਹੜਾ ਉਹ ਮਹੰਤ ਬਣਾ ਕੇ ਬਿਠਾਇਆ ਸੀ। ਪਹੁੰਚ ਖਾਲਸੇ ਤੈ ਥਾਂ ਕਾਇਓ। ਸਿੰਘ ਗਏ, ਪਹਿਲਾਂ ਤਾਂ ਉਹ ਮਹੰਤ ਦਾ ਹੀ ਜਾ ਕੇ ਕਹਿੰਦੇ ਕੀਰਤਨ ਸੋਲਾ ਪੜਿਆ ਸਿੰਘਾਂ ਨੇ ਵੀ ਇਹ ਵਿਗਾੜਦਾ ਬਾਕੀ ਦੇ ਸਿੰਘਾਂ ਨੂੰ। ਹਾਂਜੀ, ਹੁਤੀ ਗੱਡੇ ਪਰ ਗੱਦੀ ਬਣਾਈ। ਉਹਨੇ ਨਾ ਇੱਕ ਗੱਡਾ ਜਿਹਾ ਬਣਾਇਆ, ਉਹਦੇ ਤੇ ਗੱਦੀ ਲਾਈ ਹੋਈ ਸੀ ਆਪਣੀ ਪੂਜਾ ਕਰਾਉਣ ਲਈ। ਦੌੜ ਸਿੰਘ ਚੜ ਬੈਠੇ ਤਾਈ। ਤੇ ਜਾ ਕੇ ਕਹਿੰਦੇ ਉਹਨੂੰ ਮਾਰ ਕੇ ਸਿੰਘਾਂ ਨੇ ਪਹਿਲਾਂ ਉਹ ਗੱਦੀ ਤੇ ਆਪਣੇ ਚਰਨ ਪਾਏ ਵੀ ਇਹ ਜਿੰਨੀਆਂ ਗੱਦੀਆਂ ਤੇ ਖਾਲਸੇ ਦਾ ਹੀ ਹੱਕ ਹੈ। ਤੋ ਖਾਲਸੇ ਨੇ ਜਾ ਕੇ ਉਹਦੇ ਤੇ ਗੱਡੇ ਤੇ ਜਾ ਕੇ ਸਵਾਰ ਹੋ ਗਏ। ਹੁਤੋ ਮਹੰਤ ਤੋ ਖੇਮ ਕਰਨ ਵਾਰੋ। ਇਹ ਜਿਹੜਾ ਮਹੰਤ ਸੀ ਇਹ ਖੇਮ ਕਰਨ ਦਾ ਰਹਿਣ ਵਾਲਾ ਸੀ। ਖੇਮ ਕਰਨ ਵਾਰੋ, ਖੇਮ ਕਰਨ ਦਾ ਰਹਿਣ ਵਾਲਾ ਇਹ ਮਹੰਤ ਸੀ। ਇਹਦਾ ਨਾਮ ਵੀ ਮਹੰਤ ਸਿੰਘ ਹੀ ਸੀ। ਜਾਤ ਕਮੋਏ ਨਾਮ ਮਹੰਤ ਸਿੰਘ ਤਾਰੋ। ਇਹ ਜਾਤੀ ਕਰਕੇ ਕੰਬੋ ਸੀ ਤੇ ਨਾਂ ਇਹਦਾ ਮਹੰਤ ਸਿੰਘ ਸੀ। ਖੇਮ ਕਰਨ ਦਾ ਹੀ ਇਹ ਰਹਿਣ ਵਾਲਾ ਸੀ। ਜਿਨ ਜਿਨ ਹੱਥ ਤੇ ਸ਼ਸਤਰ ਨਾ ਗੇਰੇ। ਜਿਨ੍ਹਾਂ ਨੇ ਆਪਣੇ ਹੱਥੋਂ ਸ਼ਸਤਰ ਨਹੀਂ ਸੁੱਟੇ। ਮਾਰ ਕਰੇ ਤੈ ਖਾਲਸੇ ਢੇਰੇ। ਮਾਰ ਕੇ ਖਾਲਸੇ ਨੇ ਉਸੇ ਵੇਲੇ ਢੇਰ ਕਰ ਦਿੱਤੇ। ਜਿਨ ਜਿਨ ਸ਼ਸਤਰ ਦਏ ਤੈ ਡਾਰੇ। ਜਿਨ੍ਹਾਂ ਨੇ ਸ਼ਸਤਰ ਸੁੱਟ ਦਿੱਤੇ, ਪੰਥ ਦੀ ਆਣ ਮੰਨ ਲਈ, ਉਹਨਾਂ ਨੂੰ ਖਾਲਸੇ ਨੇ ਪੰਥ ਵਿੱਚ ਮਿਲਾ ਲਿਆ। ਰੱਖ ਰਲਾਏ ਪੰਥੇ ਨਾਰ। ਉਹਨਾਂ ਨੂੰ ਪੰਥ ਦੇ ਨਾਲ ਮਿਲਾ ਕੇ ਮੁੜ ਫਿਰ ਉਹਨਾਂ ਦੇ ਗਾਤਰੇ ਸ਼ਸਤਰ ਸਜਾ ਦਿੱਤੇ। ਦੋਈ ਖਾਲਸੇ ਕੀ ਤੈ ਪਈ। ਏਦਾਂ ਖਾਲਸੇ ਦੀ ਦੋਈ ਫੇਰੀ, ਖਾਲਸੇ ਦੀ ਦੋਈ ਦਾ ਪ੍ਰਚਾਰ ਹੋਇਆ। ਬਚਿਓ ਸੋ ਜਿਨ ਫਤਿਹ ਗੁਰ ਕਈ। ਕਹਿੰਦੇ ਬਸ ਉਹ ਬਚਿਆ ਜਿਹਨੇ ਅੱਗੋਂ ਫਤਿਹ ਗਜਾਈ ਵਾਹਿਗੁਰੂ ਕੀ। ਜਿਹੜੇ ਪਹਿਲਾਂ ਦਰਸ਼ਨ ਦੀ ਫਤਿਹ ਬੁਲਾਉਂਦੇ ਸੀ, ਦਰਸ਼ਨ ਦੀ ਫਤਿਹ ਵਾਲਾ ਨਹੀਂ ਬਚਿਆ। ਜਿਨ੍ਹਾਂ ਨੇ ਵਾਹਿਗੁਰੂ ਜੀ ਕੀ ਫਤਿਹ ਕਹੀ ਉਹ ਬਚੇ, ਉਹੀ ਪੰਥ ਦੇ ਵਿੱਚ ਆ ਕੇ ਰਲ ਗਏ। ਦੋਹਰਾ ਦੋਹੀ ਫਿਰੀ ਅਕਾਲ ਕੀ ਬੰਧਈ ਬਚਿਓ ਨੇ ਕੋਏ। ਕਹਿੰਦੇ ਏਦਾਂ ਅਕਾਲ ਦੀ ਦੋਈ ਫੇਰੀ ਕੇ ਇੱਕ ਵਾਰੀ ਬੰਦਾਈ ਨਹੀਂ ਬਚੇ। ਲੁਕਿਓ ਛਪਿਓ ਜੋ ਥੋ ਬਚਿਓ ਹਾਰ ਰਲਿਓ ਪੰਥ ਸੋਏ। ਕਹਿੰਦੇ ਜਿਹੜੇ ਲੁਕੇ ਛਿਪੇ ਰਹਿ ਗਏ ਕੁਝ ਬੰਦਈ ਉਹ ਬਚ ਗਏ, ਉਹ ਵੀ ਮੁੜ ਕੇ ਹਾਰ ਕੇ ਪੰਥ ਵਿੱਚ ਆ ਕੇ ਮਿਲ ਕੇ ਪੰਥ ਵਿੱਚ ਸ਼ਾਮਲ ਹੋ ਕੇ ਤਤ ਖਾਲਸੇ ਦਾ ਹੀ ਰੂਪ ਹੋ ਗਏ, ਪੰਥ ਖਾਲਸੇ ਵਿੱਚ ਹੀ ਸਮਾ ਗਏ। ਚੋਪਈ ਜੈ ਬੰਦਈਆਂ ਥੀ ਗੱਦੀ ਲਗਾਈ। ਜਿੱਥੇ ਬੰਦਈਆਂ ਨੇ ਆਪਣੀ ਗੱਦੀ ਲਾਈ ਹੋਈ ਸੀ ਤੈ ਥਾਂ ਬੈਠਿਓ ਮਨੀ ਸਿੰਘ ਪਾਈ। ਸਿੰਘਾਂ ਨੇ ਸਤਿਕਾਰ ਨਾਲ ਭਾਈ ਮਨੀ ਸਿੰਘ ਜੀ ਸ਼ਹੀਦ ਨੂੰ ਉੱਥੇ ਬਿਠਾਇਆ। ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਨ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਉਹਨਾਂ ਨੂੰ ਭਾਈ ਮਨੀ ਸਿੰਘ ਜੀ ਦਾ ਜਨਮ ਅਲੀਪੁਰ ਨਗਰ ਦੇ ਵਿੱਚ ਹੋਇਆ, ਮੁਲਤਾਨ ਜ਼ਿਲ੍ਹੇ 'ਚ। ਭਾਈ ਬੱਲੂ ਦੇ ਪੋਤਰੇ ਸਨ। ਇਹਨਾਂ ਦੇ ਵਡੇਰੇ ਵੀ 6ਵੇਂ ਪਾਤਸ਼ਾਹ ਦੇ ਸਮੇਂ ਜੰਗਾਂ ਯੁੱਧਾਂ ਵਿੱਚ ਜੂਝਦੇ ਰਹੇ। 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਆਏ।
तो भाई मनी सिंह जी ने बड़ा लंबा समा कलगीधर जी ने इन्हों दरबार साहब के मुख ग्रंथी वजों सेवा संभाल दी सी। जदों मीणियां दा कब्जा लिया ना, पहला मीणियां दा कब्जा सी, जदों 6वें पातशाह चले गए ना, उस तो बाद मीणे जिहड़े बाबे पृथ्वी चंद दी अंश वंश चों सी, वो काबज रहे दरबार साहब। उन्होंने 9वें पातशाह नूं दर्शनां तो रोकिया सी। ते फिर कलगीधर पातशाह जी ने भाई मनी सिंह साहब जी नूं भेज के दरबार साहब दा प्रबंध जिहड़ा सी वो पंथ दे विच लिया ते भाई मनी सिंह नूं सारी जिम्मेवारी दित्ती सी। लंबे समय तक भाई साहब इत्थे सेवा निभाउंदे रहे। बहुत सारे सिंघां नूं भाई मनी सिंह जी ने विद्या पढ़ाई। श्री अकाल तख्त साहब दे पिछले पासे बाबा गुरबख्श सिंह जी निहंग सिंह, जिन्हां ने दरबार साहब की राखी वास्ते अपनी शहादत दी, भी भाई मनी सिंह जी के पासों विद्या पढ़े सन। भाई मनी सिंह जी के कोल ही उन्होंने गुरबाणी की संथ्या की सी। एडे वड्डे महान योधे होए। तो भाई मनी सिंह जी का पंथ च बड़ा अदब ते सत्कार सी, नाले दरबार साहब के मुख ग्रंथी सन। उस वेले बड़े अदब नाल सत्कार नाल समुचे पंथ ने जिहड़ा उत्थे आसन लगा होया सी ना, उत्थे भाई मनी सिंह जी नूं बिठाया। आए शरण जो उनकी परे। भाई मनी सिंह जी दे नाल बाकी सिंह भी होर 5 सिंह रल गए। हुण जिहड़े बंदई सन, हुण उन्हां नूं कहा भी भाई हुण तुसीं आ जाओ सारे पंथ दी शरण च। जेड़ा जेड़ा भी बंदई उस वेले पंथ दी शरण च आया, लाए तनखा तै खालसो करे। भाई मनी सिंह जी 5 दे आगू बने। जेड़ा कोई बंदई आके पंथ च शामिल होया, उस वेले भाई मनी सिंह जी ने तनख्वाह लाई ते तनख्वाह ला के पंथ च शामिल कर लिया। अमृतधारी तां सी गई। दोबारा अमृत छकण की लोड़ उदों पैंदी है जदों 4 बजर कुरैतां विचों एक कीती होवे, उदों दोबारा अमृत छकण की लोड़ है। पर जे किते सुभावक सुते सिद्ध कोई इदां दी कुरैत हो गई होवे तां वो तनख्वाह ला के बख्शी जा सकदी है। पंथ दे विधि विधान ने आम करके कई वीर जदों इत्थे जिथे भी अमृत संचार हुंदा है सुनन विच आउंदा है कि जे किरपान भी किते उदां ही माड़ी जी गात्रे चों किते सुभावक डिग जाए, वो तां भी कहंदे जी साडा अमृत खंडन हो गया जी, दोबारा छकण आए हैं। अमृत इन्नी छेती नहीं खंडन हुंदा भाई। जे किरपान डिग भी जाए तां दोबारा मत्था टेक के अरदास करके गात्रे पहन लैनी है। उहदे वास्ते पेश होने की भी लोड़ नहीं। किते किसी का कंघा डिग जाए वो भी दोबारा अमर छकण आ जाते हैं। 4 बजर कुरैतां चों केस कतल कीते होण, वो चाहे ऑपरेशन वगैरह होने वेले डॉक्टरी वेले भी कई बारी ये समस्यावां आउंदियां, उदों भी दोबारा पेश हो के खंडे की पोल छकनी चाहिदी है। दूसरी बजर कुरैत पर स्त्री पर पुरखगामी होवे, तंबाकू दा जगत झूठ की वरतों करनी जां कुट्ठा खाना, मुसलमानी तरीके नाल बनिया होया मास हलाल जिहड़ा वो हलाल दा खांदे है, उस तरीके दे नाल कुट्ठा खाण दे नाल इन्हां 4 बजर कुरैतां चों एक किसे कोल होई होवे उहनूं दोबारा खंडे की पोल छकनी पैंदी है। पर जे किसे कोल इदां दी ढिल मठ होवे जिवें बंदईआं च जा रले सन सिंह, तो उस वेले भाई मनी सिंह जी ने इन्हां नूं दोबारा अमृत नहीं छकाया। 5 कोल पेश होए, तनख्वाह लाई। तनख्वाह की लांदे सन? तनख्वाह लाण दा मतलब यह नहीं हुंदा भी उन्हां नूं फाहे टंग दिओ। हुण तनख्वाह दा मतलब हुंदा भी पश्चाताप करे, भी 40 दिन जोड़े झाड़े, किते गुरु के लंगरां विच प्रशादा पकावे, घोड़ियां दी लिद चुके, झाड़ू की सेवा करे, कि नाले कुछ समा सेवा करेगा, बाणी पढ़ेगा, इहदे मन शुद्ध होणगे। जिहड़ी कोई भुल होई है ਉਹਦਾ ਪਛਤਾਤਾਪ ਦੇ ਨਾਲ ਉਹ ਭੁੱਲ ਜਿਹੜੀ ਆ ਸੜ ਜਾਂਦੀ ਅੰਦਰੋਂ, ਤਾਂ ਇਹ ਸੇਵਾਵਾਂ ਲਾਈਆਂ ਜਾਂਦੀਆਂ। ਅੱਜ ਕੱਲ ਕਹਿੰਦੇ ਜੀ ਵੇਖੋ ਇਹ ਕੋਈ ਤਨਖਾਹ ਹੈ ਜੀ, ਇਹ ਤਾਂ ਸੇਵਾ ਹੈ। ਭਾਈ ਜਦੋਂ ਤਨਖਾਹ ਵਜੋਂ ਲਾਈ ਜਾਵੇ ਉਦੋਂ ਤਨਖਾਹ ਹੀ ਹੁੰਦੀ ਹੈ, ਉਦਾਂ ਸੇਵਾ ਹੈ ਜੇ ਤੁਸੀਂ ਭਾਵਨਾ ਨਾਲ ਕਰੋ। ਜਦੋਂ ਤਨਖਾਹ ਵਜੋਂ ਲਾਈ ਜਾਣੀ ਹੈ ਫਿਰ ਉਹ ਤਨਖਾਹ ਹੀ ਗਿਣੇਣੀ ਹੈ। ਤੋ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਹੋਣਾ ਨੇ ਜਿਹੜੇ ਬੰਦਈ ਖਾਲਸੇ ਵਿੱਚ ਆ ਕੇ ਰਲੇ ਉਹਨਾਂ ਨੂੰ ਤਨਖਾਹ ਲਾਈ ਤੇ ਤਨਖਾਹ ਲਾ ਕੇ ਖਾਲਸੇ ਦੇ ਵਿੱਚ ਸ਼ਾਮਲ ਕਰ ਲਿਆ। ਨਾਨੋ ਸਿੰਘ ਹੁਤ ਢੇਸੀਏ ਵਾਲੋ, ਉਹਨਾਂ ਚੋਂ ਕਿਹੜੇ ਕਿਹੜੇ ਆਏ ਸੁਣੋ।
ਢੇਸੀ ਨਗਰ ਦੇ ਰਹਿਣ ਵਾਲੇ ਸਨ ਭਾਈ ਨਾਨੂ ਸਿੰਘ ਜੀ, ਉਹ ਵੀ ਆ ਗਏ ਪੰਥ ਦੀ ਸ਼ਰਨ। ਲਾਹੌਰਾ ਸਿੰਘ ਤੇ ਸ਼ਿਆਮ ਕਲਾਲੋ, ਭਾਈ ਲਾਹੌਰਾ ਸਿੰਘ ਜੀ, ਭਾਈ ਸ਼ਿਆਮ ਸਿੰਘ ਜੀ ਕਲਾਲ, ਜਿਨ੍ਹਾਂ ਦਾ ਪਿੱਛੇ ਜ਼ਿਕਰ ਆਇਆ, ਇਹ ਵੀ ਆ ਗਏ ਪੰਥ ਦੀ ਸ਼ਰਨ ਚ। ਉਹ ਬਖਸ਼ੀਸ਼ ਸਿੰਘ ਪੀ ਮਿਲਤੀ ਕਈ, ਭਾਈ ਬਖਸ਼ੀਸ਼ ਸਿੰਘ ਜੀ ਵੀ, ਇਹ ਵੀ ਆ ਕੇ ਪੰਥ ਵਿੱਚ ਮਿਲ ਗਏ। ਪਿੰਡ ਚਮਾਰੀ ਤਿਸ ਕਰ ਥੇਈ, ਚਮਿਆਰੀ ਨਗਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ, ਉੱਥੋਂ ਦੇ ਰਹਿਣ ਵਾਲੇ ਸਨ ਭਾਈ ਬਖਸ਼ੀਸ਼ ਸਿੰਘ ਜੀ। ਭਾਈ ਭਗਤੂ ਕੇ ਪੋਤਰੇ ਦੋ, ਹੁਣ ਭਾਈ ਭਗਤੂ ਦੇ ਜਿਹੜੇ ਪੋਤਰੇ ਸਨ ਭਾਈ ਫਤਿਹ ਸਿੰਘ ਹੋਣੀ, ਇਹ ਵੀ ਬੰਦਈਆਂ ਵਿੱਚ ਸੀ, ਸਮਾਣੇ ਦੇ ਗਵਰਨਰ ਬਣਾਏ ਹੋਏ ਸੀ, ਇਹ ਵੀ ਪੰਥ ਦੀ ਸ਼ਰਨ ਆ ਗਏ। ਇਹਨਾਂ ਨੂੰ ਵੀ ਤਨਖਾਹ ਲਾਈ ਤੇ ਪੰਥ 'ਚ ਸ਼ਾਮਲ ਕੀਤਾ। ਕੀਏ ਨਵਾਬ ਬੰਦੇ ਥੇ ਸੋ, ਇਹਨਾਂ ਨੂੰ ਬਾਬਾ ਬੰਦਾ ਸਿੰਘ ਜੀ ਨੇ ਨਵਾਬ ਵੀ ਬਣਾਇਆ ਸੀ। ਉਸ ਤੋਂ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਵੀ ਇਹ ਬੰਦਈਆਂ ਦੇ ਨਾਲ ਰਹੇ ਨੇ। ਤੋ ਖਾਲਸੇ ਫੜ ਕਰ ਓਏ, ਫੜ ਕੇ ਖਾਲਸੇ ਨੇ ਇਹਨਾਂ ਨੂੰ ਉਸ ਵਕਤ ਨੀਲ ਬਸਤਰ ਕਰ ਛੱਡੇ ਸੋਏ, ਇਹਨਾਂ ਸਾਰਿਆਂ ਨੂੰ ਨੀਲੇ ਰੰਗ ਦਾ ਬਾਣਾ ਧਾਰਨ ਕਰਾਇਆ। ਇਹ ਪਹਿਲਾਂ ਸੂਹੇ ਰੰਗ ਦਾ ਪਾਉਂਦੇ ਸੀ, ਵਿੱਚ ਪਾਣ ਲੱਗ ਪਏ ਸੀ ਨਾ। ਸਿੰਘਾਂ ਆਖਿਆ ਨਾ ਬਈ ਖਾਲਸੇ ਦਾ ਸੂਹਾ ਨਹੀਂ, ਖਾਲਸੇ ਦਾ ਨੀਲਾ। ਤਬ ਉੱਠੇ ਸਿੰਘ ਭੁਜੰਗੀਏ ਨੀਲੰਬਰ ਧਾਰਾ, ਨੀਲਾ ਰੰਗ ਹੈ, ਆਕਾਸ਼ ਦਾ ਰੰਗ ਨੀਲਾ, ਇਸ ਕਰਕੇ ਭਾਈ ਨੀਲਾ ਰੰਗ ਪਾਉਣਾ। ਉਸੇ ਵੇਲੇ ਉਦੋਂ ਸਿੰਘ ਇਹ ਨਹੀਂ ਸਨ ਵੇਖਦੇ ਵੀ ਇਹਦਾ, ਕਈ ਸਿੰਘਾਂ ਨੇ ਆਪਣਾ ਹੀ ਚੋਲਾ ਜਿਹੜਾ ਦੇ ਦੇਣਾ ਵੀ ਲੈ ਭਾਈ ਆਹ ਪਾ ਲੈ, ਨਾਲ ਹੀ ਉਸੇ ਵੇਲੇ ਉਹਨੂੰ ਕਹਿਣਾ ਚੱਲ ਵੀ ਹੁਣ ਤੂੰ ਨਿਹੰਗ ਸਿੰਘ ਸੱਜ ਗਿਆ। ਨੀਲੇ ਰੰਗ ਦੇ ਬਾਣੇ ਕਹਿੰਦੇ ਉਸ ਚੋਲਿਆਂ ਨੂੰ, ਉਹਨਾਂ ਨੂੰ ਪਵਾ ਕੇ ਪੰਥ 'ਚ ਸ਼ਾਮਲ ਕਰ ਲਿਆ। ਦੋਹਰਾ ਸਭ ਪਾਇਨ ਮਿਲ ਇਮਕਿਓ, ਹਮ ਤੈ ਉਜਰ ਨਾ ਹੋਏ। ਜਿੰਨੇ ਇਧਰ ਭਾਈ ਸਨ, ਭਾਈ ਕਿਹੜੇ? ਭਾਈ ਭਗਤੂ ਕੇ, ਭਾਈ ਬਹਿਲੋ ਕੇ, ਇਹਨਾਂ ਦੇ ਪਰਿਵਾਰਾਂ ਵਿੱਚੋਂ ਇਹਨਾਂ ਨੇ ਆਖਿਆ ਖਾਲਸਾ ਜੀ ਸਾਡੇ ਕੋਲੋਂ ਕੋਈ ਉਜਰ ਨਹੀਂ, ਅਸੀਂ ਕੋਈ ਤੁਹਾਨੂੰ ਉਜਰ ਨਹੀਂ ਕਰਦੇ ਵੀ ਤੁਸੀਂ ਸਾਨੂੰ ਨੀਲੇ ਚੋਲੇ ਨਾ ਪਵਾਓ ਜਾਂ ਇਦਾਂ ਸਾਡੇ ਨਾਲ ਨਾ ਕਰੋ। ਕਹਿੰਦੇ ਅਸੀਂ ਅੱਗੋਂ ਤੁਹਾਡੇ ਤੇ ਕੋਈ ਉਜਰ ਨਹੀਂ ਕਰਦੇ। ਗੋਲੀ ਓਏ ਜੋ ਖਸਮ ਕੀ ਬਸਤਰ ਪਹਿਰਾਵੇ ਕੋਏ, ਕਹਿੰਦੇ ਗੋਲੀ ਜਿਹੜੀ ਖਸਮ ਦੀ ਹੋਵੇ ਤੇ ਉਹ ਖਸਮ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਉਹਨੂੰ ਕੱਪੜਾ ਪਵਾਵੇ। ਤੁਸੀਂ ਨੀਲੇ ਪਵਾਓ, ਨੀਲੇ ਪਾ ਲਾਂਗੇ, ਹੋਰ ਰੰਗ ਦਾ ਪਵਾਓਗੇ ਉਹ ਪਾ ਲਵਾਂਗੇ। ਅਸੀਂ ਤਾਂ ਗੋਲੀਆਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਗੋਲੇ ਆ ਨਾ। ਹਾਂਜੀ, ਬੰਦਈਆਂ ਉਹ ਪੁਚੰਗੀਆਂ ਐਸੀ ਬੀਤੀ ਬਾਤ, ਕਹਿੰਦੇ ਏਦਾਂ ਬੰਦਈਆਂ ਦਾ ਔਰ ਤਤ ਖਾਲਸੇ ਦਾ ਭੁਜੰਗੀਆਂ ਦਾ ਇਹ ਵਿਰੋਧ ਹੋਇਆ ਸੀ, ਫਿਰ ਸ਼ਾਂਤ ਹੋਇਆ। ਉਸ ਤੋਂ ਬਾਅਦ ਫਿਰ ਬੰਦਈ ਤਕਰੀਬਨ ਅਲੋਪ ਹੀ ਹੋ ਗਏ, ਕਿਤੇ ਕਿਤੇ ਟਾਵੇਂ ਟਾਵੇਂ ਰਹਿ ਗਏ ਸਨ। ਤਤ ਖਾਲਸੇ 'ਚ ਸਾਰੇ ਆ ਰਲੇ। ਤੋ ਇਸ ਪ੍ਰਕਾਰ ਨਾਲ ਕਹਿੰਦੇ ਬੰਦਈਆਂ ਦਾ ਔਰ ਤਤ ਖਾਲਸੇ ਦਾ ਜਿਹੜਾ ਆਪਸ ਵਿੱਚ ਵਿਰੋਧ ਹੋਇਆ ਭੁਜੰਗੀਆਂ ਦਾ, ਉਹ ਤੁਹਾਨੂੰ ਸਰਵਣ ਕਰਾਇਆ। ਰਤਨ ਸਿੰਘ ਨੇ ਜਿਮ ਸੁਣੀ ਲਿਖੀ ਤਿਸੀ ਹੀ ਭਾਂਤ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਜਿਵੇਂ ਸੁਣੀ ਸੀ ਉਸੇ ਤਰ੍ਹਾਂ ਇੱਥੇ ਲਿਖ ਕੇ ਤੁਹਾਨੂੰ ਸੁਣਾ ਦਿੱਤੀ ਹੈ। ਦੋਹਰਾ ਅੰਗਦ ਗੁਰ ਉਹ ਅਮਰ ਕੋ ਤੇਹਣ ਪੱਲੇ ਕੁਲ ਦੋਏ। ਖਾਲਸਾ ਜੀ ਗੁਰੂ ਅੰਗਦ ਸਾਹਿਬ ਦੇ ਅੰਸ਼ ਬੰਸ ਖਡੂਰ ਸਾਹਿਬ ਚਲਦੀ ਸੀ ਤਰੇਣ, ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਭੱਲਿਆਂ ਦੀ ਜਿਹੜੀ ਕੁਲ ਸੀ ਉਹ ਗੋਇੰਦਵਾਲ ਸਾਹਿਬ ਵਿਖੇ ਚੱਲਦੀ ਹੈ। ਖੰਡੇ ਪਾਉਲ ਜਿਨ ਲਈ ਭਏ ਪੁਚੰਗੀ ਸੋਏ, ਭੱਲਿਆਂ ਨੇ ਔਰ ਤਰੇਣਾ ਨੇ ਵੀ ਖੰਡੇ ਦੀ ਪੋਲ ਛਕ ਲਈ ਤੇ ਉਹ ਵੀ ਭੁਜੰਗੀ ਹੋ ਗਏ। ਭੁਜੰਗੀ ਦਾ ਮਤਲਬ ਸਿੰਘ ਸੱਜ ਗਏ, ਪੰਥ ਵਿੱਚ ਸ਼ਾਮਲ ਹੋ ਗਏ। ਤਰੇਣਾ ਵਿੱਚੋਂ ਵੀ ਤੇ ਭੱਲਿਆਂ ਵਿੱਚੋਂ ਵੀ ਜਿਹੜੇ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਬੰਸ ਵਿੱਚੋਂ ਸਨ। ਜੋ ਪਈ ਤੇਹਣ ਵਿਨੋਦ ਸਿੰਘ ਕੋ ਭਾਈ ਕਾਨ ਸਿੰਘ, ਤਰੇਣ ਗੁਰੂ ਅੰਗਦ ਸਾਹਿਬ ਜੀ ਦੀ ਅੰਸ਼ ਬੰਸ ਵਿੱਚੋਂ ਸਨ ਜਥੇਦਾਰ ਬਾਬਾ ਵਿਨੋਦ ਸਿੰਘ ਜੀ। ਜਦੋਂ ਬਾਬਾ ਬੰਦਾ ਸਿੰਘ ਜੀ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਕਲਗੀਧਰ ਨੇ ਭੇਜਿਆ ਨਾ, ਜਿਹੜੇ 5 ਸਿੰਘ ਨਾਲ ਭੇਜੇ ਸੀ, 5 ਦੇ ਜਥੇਦਾਰ ਬਣਾ ਕੇ ਨਿਸ਼ਾਨ ਨਗਾਰਾ ਦੇ ਕੇ ਕਲਗੀਧਰ ਪਾਤਸ਼ਾਹ ਜੀ ਨੇ ਬਾਬਾ ਵਿਨੋਦ ਸਿੰਘ ਜੀ ਨੂੰ ਨਾਲ ਟੋਰਿਆ ਸੀ। ਇਸ ਕਰਕੇ ਸਮੁੱਚੇ ਖਾਲਸੇ ਪੰਥ ਦੇ ਪਹਿਲੇ ਜਥੇਦਾਰ ਦਾ ਜੇ ਕੋਈ ਰੁਤਬਾ ਹੈ ਕਿਸੇ ਪਾਸ ਤਾਂ ਉਹ ਜਥੇਦਾਰ ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਜੀ ਦੇ ਪਾਸ ਹੈ। ਬਾਬਾ ਵਿਨੋਦ ਸਿੰਘ ਜੀ ਤੋਂ ਬਾਅਦ ਪੰਥ ਨੇ ਸਮੁੱਚੀ ਪੰਥ ਦੀ ਜ਼ਿੰਮੇਵਾਰੀ
ਦੂਸਰੇ ਜਥੇਦਾਰ ਵਜੋਂ ਦੀਵਾਨ ਦਰਬਾਰਾ ਸਿੰਘ ਸਾਹਿਬ ਜੀ ਨੂੰ ਦਿੱਤੀ। ਦੀਵਾਨ ਦਰਬਾਰਾ ਸਿੰਘ ਜੀ ਤੋਂ ਬਾਅਦ ਸਮੁੱਚੇ ਪੰਥ ਦੀ ਕਮਾਂਡ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਪਾਸ ਆਈ। ਜਥੇਦਾਰ ਨਵਾਬ ਕਪੂਰ ਸਿੰਘ ਜੀ ਤੋਂ ਬਾਅਦ ਫਿਰ ਸਮੁੱਚੇ ਪੰਥ ਦੀ ਕਮਾਂਡ ਸਮੁੱਚੇ ਪੰਥ ਨੇ ਫੈਸਲਾ ਕਰਕੇ ਸਰਦਾਰ ਜੱਸਾ ਸਿੰਘ ਜੀ ਜਥੇਦਾਰ ਆਹਲੂਵਾਲੀਆ ਸਾਹਿਬ ਜੀ ਦੇ ਪਾਸ ਆਈ। ਇਸੇ ਤਰ੍ਹਾਂ ਫਿਰ ਅੱਗੇ ਬਾਬਾ ਨੈਣਾ ਸਿੰਘ ਜੀ, ਅਕਾਲੀ ਬਾਬਾ ਫੂਲਾ ਸਿੰਘ ਜੀ, ਸ਼ਹੀਦ ਬਾਬਾ ਹਨੂਮਾਨ ਸਿੰਘ ਜੀ, ਇਦਾਂ ਇਹ ਪੰਥ ਦੇ ਜਥੇਦਾਰਾਂ ਦੀ ਜਿਹੜੀ ਹੈ ਅਕਸਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਜਿਹੜੀ ਹੈ ਉਹ ਲੜੀ ਚੱਲਦੀ ਹੈ। ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਸਾਹਿਬ ਹਨ, ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚ ਜਨਮ ਲਿਆ। ਕਲਗੀਧਰ ਜੀ ਦੇ ਹੱਥੋਂ ਖੰਡੇ ਦੀ ਪੌਲ ਛਕੀ ਤੇ ਸਿੰਘ ਸਜੇ ਸਨ। ਉਹਨਾਂ ਦੇ ਪੁੱਤਰ ਸਨ ਅੱਗੋਂ ਬਾਬਾ ਕਾਹਨ ਸਿੰਘ ਜੀ। ਕਾਨ ਸਿੰਘ ਕੋ ਸੁਤ ਮੀਰੀ ਪੁਚੰਗ, ਬਾਬੇ ਕਾਹਨ ਸਿੰਘ ਦੇ ਪੁੱਤਰ ਦਾ ਨਾਮ ਸੀ ਮੀਰੀ ਸਿੰਘ। ਲਈ ਤੁਰਕ ਸੋ ਉਨ ਜੁਗਤ ਮਿਲਾਏ, ਇਹ ਕੁਝ ਸਮਾਂ ਤੁਰਕਾਂ ਦੇ ਪਾਸ ਵੀ ਨੌਕਰੀ ਕਰਦੇ ਰਹੇ ਬਾਬਾ ਕਾਹਨ ਸਿੰਘ ਜੀ ਹੋਣੀ। ਦਈ ਸਭੀ ਉਸ ਗੱਲ ਸਮਝਾਏ, ਇਹ ਤਾਂ ਦਰਬਾਰ ਸਾਹਿਬ ਦੇ ਇਲਾਕੇ ਦੇ ਵਿੱਚ ਜਿਹੜੇ ਨੇੜੇ ਤੇੜੇ ਪਿੰਡ ਸਨ ਉੱਥੇ ਪੰਥ ਦਾ ਬੋਲਬਾਲਾ ਰਿਹਾ। ਦੋਹਰਾ ਸਾਖੀ ਸੁਨ ਅਬ ਉਨੋਂ ਕੀ ਸ਼੍ਰੀ ਗੁਰ ਗੈਲ ਜੋ ਗੁਰੂ ਅਖਾਏ। ਇਹ ਤਾਂ ਸੀ ਬੰਦਈਆਂ ਦਾ ਔਰ ਭੁਜੰਗੀਆਂ ਦਾ, ਤਤ ਖਾਲਸੇ ਦਾ ਜਿਹੜਾ ਆਪਸੀ ਵਿਰੋਧ ਉਹ ਸ਼ਾਂਤ ਵੀ ਹੋਇਆ। ਉਹ ਤੁਹਾਨੂੰ ਸੁਣਾ ਦਿੱਤਾ ਭਾਈ ਰਤਨ ਸਿੰਘ ਜੀ ਕਹਿੰਦੇ। ਹੁਣ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹਨਾਂ ਦਾ ਵੀ ਇੱਥੇ ਜ਼ਿਕਰ ਕਰਦੇ ਆ ਜਿਹੜੇ ਕਲਗੀਧਰ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਆਪਣੇ ਆਪ ਨੂੰ ਗੁਰੂ ਕਹਾਉਂਦੇ ਰਹੇ ਨੇ। ਉਹਨਾਂ ਦਾ ਵੀ ਜ਼ਿਕਰ ਇੱਥੇ ਕਰਨਾ ਜ਼ਰੂਰੀ ਸੀ। ਉਹ ਭਾਈ ਸਾਹਿਬ ਭਾਈ ਰਤਨ ਸਿੰਘ ਕਹਿੰਦੇ ਉਹਨਾਂ ਦਾ ਵੀ ਹੁਣ ਮੈਂ ਤੁਹਾਨੂੰ ਜ਼ਿਕਰ ਕਰਕੇ ਸੁਣਾਉਣਾ, ਜਿਹੜੇ ਕਲਗੀਧਰ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਆਨੰਦਪੁਰ ਸਾਹਿਬ 'ਚ ਗੱਦੀਆਂ ਲਾ ਕੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਰਹੇ। ਤਤ ਖਾਲਸੇ ਸੋ ਬੈਰ ਰੱਖ ਮੂਏ ਹਾਰ ਪਛਤਾਏ। ਉਹ ਜਿਹੜੇ ਆਪਣੇ ਆਪ ਨੂੰ ਬਾਅਦ 'ਚ ਗੁਰੂ ਕਹਾਉਂਦੇ ਰਹੇ ਉਹਨਾਂ ਨੇ ਤਤ ਖਾਲਸੇ ਨਾਲ ਵੈਰ ਰੱਖਿਆ, ਪਰ ਤਤ ਖਾਲਸੇ ਨਾਲ ਵੈਰ ਰੱਖਣੇ ਕਰਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਪਛਤਾ ਕੇ ਮਰ ਗਏ, ਮੁੱਕ ਗਏ। ਕੁੰਡਲੀਆ ਦੇਖ ਚਰਿਤ ਤ੍ਰਿਆ ਚਤਰ ਕਿਆ ਹੁਨਰ ਗੁਰ ਸੋ ਕੀਨ। ਕਹਿੰਦੇ ਤੁਹਾਨੂੰ ਸੁਣਾਈਏ ਇੱਕ ਗੁਰੂ ਦੀ ਗੱਲ, ਜਿਹੜਾ ਆਪਣੇ ਆਪ ਨੂੰ ਪੰਥ ਨਹੀਂ ਮੰਨਦਾ ਉਹਨੂੰ ਗੁਰੂ, ਪਰ ਉਹਨੇ ਆਪਣੇ ਆਪ ਨੂੰ ਗੁਰੂ ਸਦਾਇਆ ਸੀ। ਉਹਦਾ ਨਾਮ ਸੀ ਗੁਲਾਬ ਰਾਏ। ਗੁਲਾਬ ਰਾਏ ਇਹ ਅੰਮ੍ਰਿਤ ਵੀ ਛਕ ਲਿਆ ਸੀ, ਇਹਨੇ ਕਲਗੀਧਰ ਜੀ ਦੇ ਨਾਲ ਖੇਡਦਾ ਸੀ ਤੇ ਨਾਮ ਇਹਦਾ ਗੁਲਾਬ ਸਿੰਘ ਵੀ ਹੋ ਗਿਆ ਸੀ। ਕਹਿੰਦੇ ਕਿਸਤਰੀ ਨੇ ਜਿਵੇਂ ਚਰਿੱਤਰ ਕੀਤਾ ਨਾ ਇਹਨੂੰ ਛੜਨ ਵਾਸਤੇ, ਕਹਿੰਦੇ ਹੁਣ ਉਹ ਵੀ ਇੱਕ ਪ੍ਰਸੰਗ ਤੁਹਾਨੂੰ ਨਾਲ ਸੁਣਾ ਜਾਈਏ। ਹੁਤੀ ਨਾ ਲਿਖਤ ਔਲਾਦ ਉਸ ਕਰ ਚਤਰਾਈ ਲੀਨ। ਇਹ ਕਥਾ ਸੂਰਜ ਪ੍ਰਕਾਸ਼ ਵਿੱਚ ਵੀ ਆਈ ਹੈ, ਤੁਸੀਂ ਸੁਣੀ ਹੈ। ਇੱਥੇ ਉਹਦਾ ਟੂਕ ਮਾਤਰ ਵਰਣਨ ਭਾਈ ਰਤਨ ਸਿੰਘ ਵੀ ਕਰ ਰਹੇ ਨੇ। ਕਹਿੰਦੇ ਇੱਕ ਔਰਤ ਸੀ, ਉਹਦੇ ਭਾਗਾਂ ਵਿੱਚ ਪੁੱਤ ਨਹੀਂ ਸੀ ਲਿਖਿਆ ਤੇ ਕਿਵੇਂ ਲਿਖੇ ਗਏ ਦੋ ਪੁੱਤਰ, ਉਹਨੇ ਆਪਣੇ ਚਰਿੱਤਰ ਨਾਲ ਕਿਵੇਂ ਦੋ ਪੁੱਤ ਲਿਖਾ ਲਏ, ਉਹ ਹੁਣ ਤੁਹਾਨੂੰ ਸੁਣਾਉਂਦੇ ਹਾਂ। ਚਤਰਾਈ ਸੋ ਸੁਤ ਲੀਨ ਉਹਨੇ ਕਾ ਨਾਮ ਸੁਣਾਓ। ਜਿਹੜੇ ਉਹਨੇ ਚਤਰਾਈ ਕਰਕੇ ਨਾ ਚਲਾਕੀ ਨਾਲ ਦੋ ਪੁੱਤਰ ਲਏ ਸੀ ਗੁਲਾਬ ਰਾਏ ਕੋਲੋਂ, ਹੁਣ ਉਹਨਾਂ ਦਾ ਤੁਹਾਨੂੰ ਨਾਂ ਸੁਣਾਈਏ ਵੀ ਉਹ ਕਿਹੜੇ ਦੋ ਪੁੱਤ ਸਨ। ਇਕੈ ਭਵਾਨੀਓ ਕਹੇ ਦੂਜੇ ਕੋ ਗੁਰਿਓ ਬਤਾਓ। ਇੱਕ ਦਾ ਨਾਮ ਸੀ ਭਵਾਨੀਓ ਤੇ ਦੂਜੇ ਦਾ ਨਾਮ ਸੀ ਗੁਰਿਓ। ਇਹ ਦੋ ਪੁੱਤ ਕਹਿੰਦੇ ਉਸ ਔਰਤ ਦੇ ਘਰ ਹੋਏ, ਚਤਰਾਈ ਨਾਲ ਲਏ ਉਹਨੇ, ਚਲਾਕੀ ਨਾਲ ਲਏ। ਕਿਵੇਂ ਚਲਾਕੀ ਵਰਤੀ ਹੁਣ ਉਹ ਵੀ ਸੁਣਾਵਾਂਗੇ। ਮੈਰੀ ਕੇ ਉਸ ਇਸਤਰੀ ਜੈ ਸੁਤ ਹੁਤ ਨੈ ਲੇਖ। ਕਹਿੰਦੇ ਮਹਿਰਿਆਂ ਦੇ ਜਾਤੀ ਦੇ ਵਿੱਚੋਂ ਇੱਕ ਇਸਤਰੀ ਸੀ, ਉਹਦੇ ਘਰ ਸੰਤਾਨ ਨਹੀਂ ਸੀ, ਪੁੱਤ ਨਹੀਂ ਸੀ, ਔਲਾਦ ਨਹੀਂ ਸੀ। ਦੇਤੇ ਪੁੱਤਰ ਸਬਨ ਕੋ ਗੁਲਾਬ ਰਾਏ ਕੋ ਪੇਖ। ਕਲਗੀਧਰ ਜੀ ਸੱਚਖੰਡ ਜਾ ਬਿਰਾਜੇ ਸੀ ਤੇ ਗੁਲਾਬ ਰਾਏ ਜੀ ਆਨੰਦਪੁਰ ਸਾਹਿਬ ਵਾਲੇ ਪਾਸੇ ਵਿਚਰਦੇ ਸੀ। ਪਤਾਲਪੁਰੀ ਕੀਰਤਪੁਰ ਸਾਹਿਬ ਇਹਨਾਂ ਦਾ ਕਬਜ਼ਾ ਸੀ। ਪਤਾ ਲੱਗਾ ਕਿ ਜਿਹੜਾ ਗੁਲਾਬ ਰਾਏ ਹੈ ਉਹ ਪੁੱਤਰਾਂ ਦੀਆਂ ਦਾਤਾਂ ਵੰਡਦਾ ਹੈ। ਗੁਰੂ ਸਾਹਿਬ ਦੇ ਅੰਸ਼ ਵੰਸ਼ ਵਿੱਚੋਂ ਨੇ। ਮਹਾਰਾਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨੇ, ਕਲਾ ਤਾਂ ਹੋਵੇਗੀ। ਹਾਂਜੀ। ਦੋਹਰਾ
ਗਈ ਸੋਡੀ ਰਾਏ ਗੁਲਾਬ ਪੈ ਜਬ ਬੈਠੋ ਮੰਜੀ ਲਾਏ। ਕਹਿੰਦੇ ਉਹ ਇਸਤਰੀ ਜਿਹੜੀ ਸੀ ਉਹ ਚੱਲ ਕੇ ਬਾਬਾ ਗੁਲਾਬ ਰਾਏ ਜੀ ਦੇ ਪਾਸ ਚੱਲ ਕੇ ਆਈ ਜਿੱਥੇ ਉਹ ਮੰਜੀ ਲਾ ਕੇ ਬੈਠੇ ਸੀ। ਦੂਧ ਪੂਤ ਸੰਗਤ ਦਏ ਸੁਨ ਮਹਿਰੀ ਆਈ ਤਾਏ। ਪਤਾ ਸੀ ਉਹਨੂੰ ਕਿ ਬਾਬਾ ਜੀ ਦੁੱਧ ਪੁੱਤ ਸੰਗਤਾਂ ਨੂੰ ਵੰਡਦੇ ਐ। ਇਹ ਸੁਣ ਕੇ ਉਹ ਇਸਤਰੀ ਵੀ ਆਈ। ਜੋ ਪਈ ਜੈ ਦਮਦਮੈ ਗੁਰੂ ਗੋਬਿੰਦ ਸਿੰਘ ਬੈਠੇ। ਅਨੰਦਪੁਰ ਸਾਹਿਬ 'ਚ ਜਿੱਥੇ ਦਮਦਮਾ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ ਉੱਥੇ ਬਾਬਾ ਗੁਲਾਬ ਰਾਏ ਜੀ ਬੈਠੇ ਸੀ ਮੰਜੀ ਲਾ ਕੇ। ਲਾਏ ਮੰਜੀ ਗੁਲਾਬ ਰਾਏ ਐਠੇ। ਉੱਥੇ ਹੀ ਕਲਗੀਧਰ ਜੀ ਬੈਠ ਕੇ ਸੰਗਤ ਨੂੰ ਦਰਸ਼ਨ ਦਿੰਦੇ ਸੀ। ਇਹ ਆਪਣੇ ਆਪ ਨੂੰ ਗੁਰੂ ਸਾਹਿਬ ਦਾ ਹੀ ਰੂਪ ਜਾਣ ਕੇ ਨਾ ਵੀ ਮੈਂ ਵੀ ਗੁਰੂ ਆ, ਉੱਥੇ ਹੀ ਮੰਜੀ ਲਾ ਕੇ ਬਹਿੰਦਾ ਗੁਲਾਬ ਰਾਏ। ਸੋ ਤੈਂ ਜਾਏ ਮਹਿਰੀ ਠਾਂਡੀ। ਇਹ ਜਿਹੜੀ ਮਹਿਰੀ ਇਸਤਰੀ ਸੀ ਇਹ ਜਾ ਕੇ ਬਾਬੇ ਗੁਲਾਬ ਰਾਏ ਕੋਲ ਹੱਥ ਜੋੜ ਕੇ ਖਲੋ ਗਈ। ਹੱਥ ਜੋੜ ਤਿੰਨ ਬਿਨਤੀ ਕਈ। ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗੀ, ਤੇਰੀ ਸਾਂਝ ਜਗ ਮਾਏ ਕਰਾਵੋ। ਕਹਿਣ ਲੱਗੀ ਬਾਬਾ ਜੀ ਮੇਰੀ ਵੀ ਇਹ ਜਗ ਨਾਲ ਸਾਂਝ ਪੈ ਜੇ। ਦੇ ਪੁੱਤਰ ਮੋਏ ਜਗਤ ਰਲਾਵੋ। ਮੈਨੂੰ ਪੁੱਤਰ ਦੇ ਕੇ ਜਗਤ ਨਾਲ ਰਲਾ ਦਿਓ। ਪੁੱਤਰਨ ਤੇ ਹੋਵੇ ਜਗ ਸਾਂਝ। ਲੋਕਾਂ ਦੀ ਇਹ ਮਾਨਿਅਤਾ ਹੈ ਕਿ ਪੁੱਤਰਾਂ ਨਾਲ ਜੱਗ ਵਿੱਚ ਸਾਂਝ ਪੈਂਦੀ ਹੈ। ਬਿਨ ਪੁੱਤਰ ਅਕਾਰਥ ਜਨਮ ਜਗ ਮਾਂਝ। ਤੇ ਮੈਂ ਬਿਨਾਂ ਪੁੱਤਰ ਤੋਂ ਇਸ ਜਗਤ ਵਿੱਚ ਅਕਾਰਥ ਆਪਣਾ ਜਨਮ ਬਤੀਤ ਕਰਾਂਗੀ। ਇਹੀ ਪੁਜਾਵੋ ਹਮਰੀ ਆਸ। ਮੇਰੀ ਇਹ ਆਸ ਪੂਰੀ ਕਰ ਦਿਓ। ਮੋਏ ਪੁੱਤਰਨ ਕੀ ਹੈ ਵੱਡ ਖਾਸ। ਮੈਨੂੰ ਪੁੱਤਰਾਂ ਦੀ ਆਸ ਹੈ। ਮੈਂ ਚਾਹੁੰਦੀ ਆ ਮੇਰੇ ਘਰ 'ਚ ਪੁੱਤ ਹੋਣ। ਜੀਵਨ ਜੋਗੇ ਦੋਇ ਸੁਤ ਦਈਏ। ਕਿਰਪਾ ਕਰੋ ਬਾਬਾ ਜੀ ਜੀਵਨ ਜੋਗੇ ਲੰਮੀਆਂ ਉਮਰਾਂ ਵਾਲੇ ਮੈਨੂੰ 2 ਪੁੱਤਰ ਦਿਓ। ਜਿਨ੍ਹਾਂ ਦੀ ਲੰਮੀ ਉਮਰ ਹੋਵੇ, ਲੰਮੀਆਂ ਉਮਰਾਂ ਵਾਲੇ ਮੈਨੂੰ 2 ਪੁੱਤਰ ਦਿਓ। ਹਮਰੀ ਸਾਂਝ ਜਗ ਮੈਂ ਰਲਵਈਏ। ਮੇਰੀ ਵੀ ਸਾਂਝ ਜਗਤ ਵਿੱਚ ਪੈ ਜਾਵੇ, ਬਣ ਜਾਵੇ। ਦੋਹਰਾ ਭਾਈ ਮਸੰਦ ਸੁਲੱਖਣੋ ਉਹ ਮੇਵੜ ਖੜੇ ਅਨੇਕ। ਜਿਹੜਾ ਇਸ ਸਰਹੰਦ ਵਾਲਾ ਸੁਲੱਖਣੋਂ ਮਸੰਦ ਸੀ, ਸੁਲੱਖਣ ਇਹ ਵੀ ਉੱਥੇ ਹੀ ਪਹੁੰਚਿਆ ਹੋਇਆ ਸੀ। ਕਲਗੀਧਰ ਦੇ ਸੱਚਖੰਡ ਤੋਂ ਜਾਣ ਤੋਂ ਬਾਅਦ ਇਹ ਜਾ ਕੇ ਗੁਲਾਬ ਰਾਏ ਕੋਲ ਪਹੁੰਚ ਗਿਆ ਸੀ। ਸੁਲੱਖਣਾ ਮਸੰਦ ਵੀ ਉੱਥੇ ਖੜਾ ਸੀ। ਹੋਰ ਕੁਝ ਮੇਵੜੇ ਖਲੋਤੇ ਸਨ। ਕਰੀ ਫਰਮਾਇਸ਼ ਸਭਨ ਮਿਲ ਵੱਲ ਮੈਰੀ ਕੀ ਵੇਖ। ਇਸ ਔਰਤ ਵੱਲ ਵੇਖ ਕੇ ਉਹਨਾਂ ਸਾਰਿਆਂ ਨੇ ਸਿਫਾਰਿਸ਼ ਕੀਤੀ ਬਾਬੇ ਗੁਲਾਬ ਰਾਏ ਕੋਲ। ਇਹਨੂੰ ਦੁਖੀ ਹੋਇਆ ਵੇਖ ਕੇ, ਫਰਿਆਦ ਕਰਦੀ ਨੂੰ ਵੇਖ ਕੇ ਉਹਨਾਂ ਨੇ ਸਿਫਾਰਿਸ਼ ਕੀਤੀ ਕੋਲੋਂ। ਰਲ ਸਿੱਖ ਸੰਗਤ ਜਬ ਕਈ ਤਬ ਗੁਰ ਕੀਓ ਧਿਆਨ। ਹੋਰ ਵੀ ਜਿੰਨੀ ਉੱਥੇ ਸੰਗਤ ਬੈਠੀ ਸੀ ਸਭ ਨੇ ਬਾਬੇ ਗੁਲਾਬ ਰਾਏ ਨੂੰ ਕਿਹਾ। ਤਾਂ ਗੁਲਾਬ ਰਾਏ ਜੀ ਉਸ ਵਕਤ ਆਪਣੇ ਧਿਆਨ ਵਿੱਚ ਬੈਠੇ। ਲੇਖ ਨ ਲਿਖਿਓ ਇਸ ਪੁੱਤਰ ਉੱਚੇ ਕਈ ਬਖਾਨ। ਕਹਿਣ ਲੱਗੇ ਕਿ ਉੱਚੀ ਆਵਾਜ਼ ਵਿੱਚ ਵੀ ਇਹ ਜਿਹੜੀ ਔਰਤ ਆਈ ਹੈ ਨਾ, ਇਹਦੇ ਲੇਖਾਂ 'ਚ ਪੁੱਤਰ ਨਹੀਂ ਲਿਖਿਆ ਹੋਇਆ, ਇਹਦੇ ਭਾਗਾਂ 'ਚ ਨਹੀਂ ਲਿਖਿਆ ਹੋਇਆ, ਔਲਾਦ ਨਹੀਂ ਹੈ ਇਹਦੇ ਭਾਗਾਂ 'ਚ। ਜੋ ਪਈ ਹੁਤੀ ਸੁਨਤ ਥੀ ਮੈਰੀ ਖੜੀ। ਉਹ ਇਸਤਰੀ ਖੜੀ ਸੁਣਦੀ ਸੀ। ਉਹਨੇ ਕਥਾ ਵੀ ਸੁਣੀ ਸੀ ਕਲਗੀਧਰ ਦੇ ਵੇਲੇ ਦੀ, ਦੇਸਾਂ ਦੀ, 6ਵੇਂ ਪਾਤਸ਼ਾਹ ਦੇ ਵੇਲੇ ਦੀ ਕਥਾ ਸੁਣੀ ਸੀ ਸੁਲੱਖਣੀ ਦੀ। ਤੋ ਸੁਲੱਖਣੀ ਦੀ ਦੇਸਾਂ ਦੀ ਉਹ ਕਥਾ ਮਹਾਰਾਜ ਜੀ ਦੇ ਸਮੇਂ ਵਰਤੀ ਸੀ। ਉਹ ਇਹਨੇ ਸੁਣੀ ਹੋਈ ਸੀ। ਜਦੋਂ ਇਹਨੇ ਸੁਣਿਆ ਨਾ ਵੀ ਬਾਬੇ ਗੁਲਾਬ ਰਾਏ ਨੇ ਆਖਿਆ ਵੀ ਇਹਦੇ ਭਾਗਾਂ 'ਚ ਨਹੀਂ ਲਿਖਿਆ ਹੋਇਆ, ਨੈ ਲਿਖਿਓ ਗੱਲ ਉਸ ਕੰਨ ਪੜੀ। ਉਹਦੇ ਕੰਨ 'ਚ ਗੱਲ ਪਈ। ਦੌੜ ਜਾਏ ਕਲਮ ਕਾਗਜ਼ ਆਣਾ। ਭੱਜ ਗਈ, ਜਾ ਕੇ ਭੱਜ ਕੇ ਉਹਨੇ ਕਾਗਜ਼ ਤੇ ਕਲਮ ਲਿਆਂਦਾ। ਕਲਮ ਦਾਨ ਲਿਆਏ ਅੱਗੇ ਠਾਣਾ। ਕਲਮ ਦਾਨ ਲਿਆ ਕੇ ਅੱਗੇ ਰੱਖ ਦਿੱਤਾ, ਕਾਗਜ਼ ਮੂਹਰੇ ਰੱਖ ਦਿੱਤਾ ਬਾਬੇ ਗੁਲਾਬ ਰਾਏ ਦੇ। ਹੱਥ ਜੋੜ ਫਿਰ ਬਿਨਤੀ ਕਈ। ਹੱਥ ਜੋੜ ਕੇ ਇਸਤਰੀ ਬੋਲੀ, ਕਹਿਣ ਲੱਗੀ ਜੋ ਲਿਖੀ ਨਾ ਆਗੇ ਅਬ ਲਿਖ ਦੇ ਸਹੀ। ਕਹਿਣ ਲੱਗੀ ਬਾਬਾ ਜੀ ਜੇ ਨਹੀਂ ਲਿਖਿਆ ਤੇ ਆ ਲੋ ਹੁਣ ਲਿਖ ਦਿਓ। ਇਤੇ ਉਤੇ ਤੁਮਈ ਲਿਖਨ ਹਾਰੇ। ਤੁਸੀਂ ਹੀ ਲਿਖਣਾ ਸੀ ਉੱਥੇ, ਜੇ ਨਹੀਂ ਲਿਖਿਆ ਤਾਂ ਇੱਥੇ ਲਿਖ ਦਿਓ। ਅੱਗੇ ਨਾ ਲਿਖਿਓ ਅਬ ਲਿਖੋ ਹਮਾਰੇ। ਨਹੀਂ ਲਿਖਿਆ ਪਹਿਲਾਂ ਤਾਂ ਹੁਣ ਤਾਂ ਲਿਖ ਦਿਓ। ਲੇਖ ਲਿਖਿਓ ਜੋ ਪਿਛਲੋ ਪਈਏ। ਇਹ ਪਿਛਲੇ ਲਿਖਿਆ ਲੇਖਾਂ ਮੁਤਾਬਕ ਹੀ ਜੀਵ ਨੂੰ ਭੋਗਣੇ ਪੈਂਦੇ ਆ ਕਰਮ। ਤੋ ਕਿਮ ਗੁਰ ਕੀ ਸੇਵ ਕਮਾਈਏ। ਗੁਰੂ ਦੀ ਸੇਵਾ ਦਾ ਕੀ ਲਾਭ ਹੈ
ਮੈਂ ਤੁਹਾਡੀ ਸੇਵਾ ਕੀਤੀ ਹੈ ਤੇ ਜੇ ਮੇਰੇ ਭਾਗਾਂ ਵਿੱਚ ਪਹਿਲਾਂ ਦਾ ਹੀ ਮੈਨੂੰ ਲਿਖਿਆ ਮਿਲਣਾ ਹੈ ਤੇ ਫਿਰ ਮੈਨੂੰ ਹੁਣ ਤੁਹਾਡੀ ਸੇਵਾ ਦਾ ਕੀ ਫਲ ਹੋਇਆ? ਮੈਨੂੰ ਤਾਂ ਹੁਣੇ ਚਾਹੀਦਾ ਹੈ। ਜੋ ਗੁਰ ਹੋਏ ਨਾ ਦੇਨੇ ਜੋਗ, ਇਹ ਗੁਰੂ ਦੇਣ ਜੋਗਾ ਹੀ ਨਹੀਂ ਆਪਣੇ ਸੇਵਕ ਦੀ ਅਰਦਾਸ ਸੁਣ ਕੇ ਉਹ ਕਹਿ ਦੇਵੇ ਕਿ ਭਾਈ ਤੇਰੇ ਤਾਂ ਭਾਗਾਂ 'ਚ ਨਹੀਂ ਲਿਖਿਆ। ਜੇ ਗੁਰੂ ਨੇ ਏਦਾਂ ਹੀ ਕਹਿਣਾ ਆਪਣੇ ਸੇਵਕ ਨੂੰ ਤੋ ਉਸ ਕੋ ਸਿੱਖ ਕਬ ਕੋ ਹੋਗ, ਉਸ ਗੁਰੂ ਦਾ ਸਿੱਖ ਬਣਨ ਦਾ ਕੀ ਫਾਇਦਾ ਹੋਏਗਾ? ਜੇ ਗੁਰੂ ਦੇਣ ਜੋਗਾ ਹੀ ਨਹੀਂ ਤੇ ਫਿਰ ਸਿੱਖ ਕਿਉਂ ਹੋਵੇ ਗੁਰੂ ਦਾ? ਦੋਹਰਾ ਦੇਖ ਟਠਾਈ ਨਾਰ ਕੀ ਸੰਗਤ ਹਸੀ ਹਸਾਏ। ਇਸ ਇਸਤਰੀ ਦਾ ਢੀਠਪੁਣਾ ਵੇਖ ਕੇ ਸਾਰੀ ਸੰਗਤ ਹੱਸ ਪਈ ਵੀ ਇਹ ਤਾਂ ਹੁਣ ਢੀਠ ਹੋ ਕੇ ਮੰਗਦੀ ਹੈ, ਜਿਵੇਂ ਮੰਗਤਾ ਢੀਠ ਹੋ ਜਾਂਦਾ ਨਾ, ਵੀ ਇਹ ਨਹੀਂ ਹੁਣ ਇੱਥੋਂ ਜਾਂਦੀ। ਸਾਰੀ ਸੰਗਤ ਕੋਲੋਂ ਹੱਸ ਪਈ। ਦੇਖ ਸੋ ਸੰਗਤ ਵੱਲ ਗੁਰੂ ਲੀਨੀ ਕਲਮ ਉਠਾਏ। ਬਾਬੇ ਗੁਲਾਬ ਰਾਏ ਨੇ ਉਸੇ ਵੇਲੇ ਕਲਮ ਚੁੱਕ ਲਈ। ਵੇਖ ਕੇ ਸੰਗਤ ਦਾ ਵੀ ਰੁਖ ਵੇਖਿਆ ਕਿ ਸੰਗਤ ਵੀ ਚਾਹੁੰਦੀ ਹੈ, ਤਾਂ ਉਸੇ ਵੇਲੇ ਕਲਮ ਚੁੱਕੀ। ਚੋਪਈ ਹਸੇ ਬਚਨ ਸੁਨ ਗੁਲਾਬੇ ਰਾਏ। ਬਾਬਾ ਗੁਲਾਬ ਰਾਏ ਜੀ ਸੁਣ ਕੇ ਨਾਲੇ ਹੱਸ ਪਏ। ਗੁਰਿਓ ਪੁੱਤਰ ਉਸ ਲਿਖ ਦਿਓ ਨਾਏ। ਕਲਮ ਲੈ ਕੇ ਕਾਗਜ਼ ਦੇ ਉੱਤੇ ਲਿਖਿਆ, ਆਖਿਆ ਲੈ ਮਾਈ ਤੇਰੇ ਘਰ ਪੁੱਤਰ ਹੋਵੇਗਾ, ਉਹਦਾ ਨਾਮ ਗੁਰਿਓ ਹੋਵੇਗਾ। ਗੁਰਿਓ ਨਾਮ ਦਾ ਪੁੱਤਰ ਤੇਰੇ ਘਰ ਹੋਵੇਗਾ। ਟੇਕ ਮਥੋ ਉਨ ਕਾਗਦ ਹੱਥ ਫਰਿਓ। ਉਹਨੇ ਮੱਥਾ ਟੇਕਿਆ ਤੇ ਕਾਗਜ਼ ਨੂੰ ਵੀ ਮੱਥਾ ਟੇਕਿਆ, ਮਾਨੋ ਜਿਵੇਂ ਪੁੱਤ ਦੀ ਦਾਤ ਮਿਲ ਗਈ ਹੈ। ਏਦਾਂ ਉਹਦੇ ਮਨ 'ਚ ਨਿਸ਼ਚਾ ਬਣ ਗਿਆ, ਭਰੋਸਾ ਬਣ ਗਿਆ। ਕਾਗਜ਼ ਫੜ ਸਿਰ ਉੱਪਰ ਧਰਿਓ। ਉਹ ਕਾਗਜ਼ ਫੜ ਕੇ ਉਹਨੇ ਆਪਣੇ ਸਿਰ ਦੇ ਉੱਤੇ ਧਰ ਲਿਆ, ਰੱਖ ਲਿਆ। ਸੋ ਕਾਗਜ਼ ਜਾ ਖੂਬ ਧਰਿਓ ਮੰਦਰ। ਉਹ ਜਾ ਕੇ ਕਾਗਜ਼ ਨੇ ਆਪਣੇ ਘਰ ਇੱਕ ਛੋਟਾ ਜਿਹਾ ਮੰਦਰ ਬਣਾ ਕੇ ਤੇ ਬੜੇ ਸਤਿਕਾਰ ਨਾਲ ਰੱਖ ਕੇ ਉਹਦੀ ਧੂਪ ਬੱਤੀ ਕਰਿਆ ਕਰੇ ਸਵੇਰੇ ਸ਼ਾਮ। ਉਹਨੂੰ ਰੱਖ ਲਿਆ ਸਾਂਭ ਕੇ। ਪਇਓ ਬੇਟੋ ਉਸ ਇੱਕ ਬਰਸੇ ਅੰਦਰ। ਕਲਾ ਗੁਰੂ ਨਾਨਕ ਦੀ ਵਰਤਦੀ ਹੈ, ਤੋ ਸਤਿਗੁਰਾਂ ਦੀ ਕਲਾ ਵਰਤੀ। 1 ਸਾਲ ਦੇ ਵਿੱਚ ਉਹਦੇ ਘਰ 'ਚ ਇੱਕ ਪੁੱਤਰ ਨੇ ਜਨਮ ਲਿਆ। ਨਾਮ ਭਵਾਨੀਓ ਉਸ ਕੋ ਧਰਿਓ। ਇਹਨੇ ਕੀ ਕੀਤਾ ਵੀ ਉਹਦਾ ਨਾਂ ਰੱਖ ਦਿੱਤਾ ਭਵਾਨੀਓ। ਬਾਬੇ ਗੁਲਾਬ ਰਾਏ ਨੇ ਤੇ ਕਿਹਾ ਸੀ ਵੀ ਗੁਰਿਓ ਨਾਂ ਦਾ ਪੁੱਤ ਹੋਵੇਗਾ ਤੇਰੇ, ਇੱਕ ਹੀ ਲਿਖਿਆ ਸੀ। ਇਹਨੇ ਕੀ ਕੀਤਾ, ਜਿਹੜਾ ਪੁੱਤ ਹੋਇਆ ਨਾ ਸਾਲ ਬਾਅਦ, ਉਹਦਾ ਨਾਂ ਇਹਨੇ ਰੱਖ ਦਿੱਤਾ ਬੀਬੀ ਨੇ ਭਵਾਨੀਓ, ਚਲਾਕੀ ਨਾਲ। ਯਹੀ ਸਭ ਮੋ ਮਸ਼ਹੂਰ ਸੋ ਕਰਿਓ। ਇਹ ਹੀ ਨਾਂ ਸਾਰਿਆਂ 'ਚ ਪ੍ਰਗਟ ਕਰ ਦਿੱਤਾ ਵੀ ਸਾਰੇ ਮੇਰੇ ਪੁੱਤ ਨੂੰ ਭਵਾਨੀਓ ਕਿਹਾ ਕਰੋ, ਇਹਦਾ ਨਾਂ ਭਵਾਨੀਓ ਹੈ। ਫਿਰ ਮੈਰੀ ਕੋ ਆਇਓ ਖਿਆਲ। ਕੁਝ ਸਮਾਂ ਬੀਤਿਆ, ਸਾਲ 6 ਮਹੀਨਿਆਂ ਦਾ ਸਮਾਂ। ਇਹਦੇ ਮਨ 'ਚ ਖਿਆਲ ਆਇਆ, ਗੁਰਿਓ ਲੈਣ ਫਿਰ ਕਰਿਓ ਸਵਾਲ। ਕਹਿਣ ਲੱਗੀ ਹੁਣ ਬਾਬੇ ਗੁਲਾਬ ਰਾਏ ਕੋਲ ਜਾ ਕੇ ਆਪਣਾ ਦੂਜਾ ਪੁੱਤਰ ਗੁਰੀਆ ਵੀ ਲੈ ਆਵਾਂ, ਮੰਗ ਲਿਆਵਾਂ ਵੀ ਭਵਾਨੀਓ ਇਹਦਾ ਭਵਾਨੀਓ ਹੈ, ਗੁਰੀਓ ਤਾਂ ਹਾਲੇ ਰਹਿੰਦਾ ਜਿਹੜਾ ਬਾਬੇ ਗੁਲਾਬ ਰਾਏ ਨੇ ਲਿਖਿਆ ਸੀ। ਇਹ ਸੋਚ ਕੇ ਨਾ ਵਿਚਾਰ ਕਰਕੇ ਚਲਾਕੀ ਨਾਲ ਜਾਣ ਲੱਗੀ। ਸਤਿਗੁਰ ਕਈ ਤੁਮ ਗੋਦ ਹੈ ਕੋਏ। ਇਹਨੇ ਪੁੱਤਰ ਗੋਦ 'ਚ ਚੁੱਕਿਆ ਤੇ ਮੱਥਾ ਟਿਕਾਇਆ, ਤੇ ਪੁੱਤ ਨੂੰ ਮੱਥਾ ਟਿਕਾਉਂਦਿਆਂ ਕਹਿੰਦੀ ਭਵਾਨੀਓ ਇਹ ਬਾਬਾ ਗੁਲਾਬ ਰਾਏ ਜੀ ਨੇ ਮੱਥਾ ਟੇਕ। ਉਹ ਬਾਬਾ ਗੁਲਾਬ ਰਾਏ ਜੀ ਕਹਿਣ ਲੱਗੇ, ਹਾਂ ਬੀਬੀ ਗੁਰੂ ਨਾਨਕ ਸਾਹਿਬ ਨੇ ਸੁਣ ਲਈ ਹੈ। ਕਹਿੰਦੀ ਹਾਂ ਜੀ ਇਹ ਮੇਰਾ ਭਵਾਨੀਓ ਪੁੱਤਰ ਹੈ, ਤੇ ਗੁਰਿਓ ਨਹੀਂ ਦਿੱਤਾ ਤੁਸੀਂ ਹਾਲੇ। ਮੈਂ ਤਾਂ ਗੁਰਿਓ ਲੈਣ ਆਈ ਆ ਵੀ ਆਹ ਵੇਖੋ ਤੁਹਾਡਾ ਕਾਗਜ਼ ਲਿਖਿਆ ਕਿ ਨਹੀਂ ਲਿਖਿਆ ਤੁਸੀਂ। ਜ਼ੁਬਾਨੀ ਤਾਂ ਬੰਦਾ ਭੁੱਲ ਜਾਂਦਾ, 1.5-2 ਸਾਲ ਦਾ ਸਮਾਂ ਬੀਤ ਗਿਆ, ਲਿਖਿਆ ਹੋਇਆ ਤੁਹਾਡੇ ਹੱਥਾਂ ਦਾ। ਉਹ ਆਖਣ ਵੀ ਇਹ ਪੁੱਤ ਹੈ ਤੇ ਹੈ ਤੇਰੀ ਗੋਦ ਵਿੱਚ, ਚੱਕਿਆ ਤਾਂ ਤੂੰ ਹੋਇਆ। ਕਹੀ ਇਹ ਭਵਾਨੀਓ ਸੋਏ। ਕਹਿਣ ਲੱਗੀ ਨਾ ਬਾਬਾ ਜੀ ਇਹ ਗੁਰਿਓ ਨਹੀਂ ਹੈ, ਇਹ ਭਵਾਨੀਓ ਹੈ ਜੀ। ਪੁੱਛ ਲਓ, ਆ ਮੇਰੇ ਨਾਲ ਮੇਰੇ ਸੰਬੰਧੀ ਆਏ ਨੇ, ਉਹਨਾਂ ਨੂੰ ਵੀ ਕਹਿੰਦੀ ਭਰੋ ਹਾਮੀ ਬਈ ਇਹਦਾ ਨਾਮ ਭਵਾਨੀਓ ਨਹੀਂ। ਉਹ ਵੀ ਨਾਲੋਂ ਕਹਿੰਦੇ ਹਾਂ ਮਹਾਰਾਜ ਜੀ ਇਹਦਾ ਨਾਮ ਭਵਾਨੀਓ ਹੈ। ਤੁਮ ਆਪਣੋ ਲਿਖਿਓ ਵਾਚੋ ਆਪ। ਇਸ ਕਰਕੇ ਗੁਰਿਓ ਨਾਮ ਦਾ ਪੁੱਤਰ ਤਾਂ ਹਲੇ ਆਇਆ ਹੀ ਨਹੀਂ ਮੇਰੇ ਕੋਲੇ, ਤੇ ਆਹ ਵੇਖੋ ਕਾਗਜ਼ ਤੁਹਾਡੇ ਹੱਥਾਂ ਦਾ ਲਿਖਿਆ, ਤੁਸੀਂ ਆਪ ਆਪਣੀ ਕਲਮ ਦੇ ਨਾਲ ਹੱਥਾਂ ਦੇ ਨਾਲ ਲਿਖਿਆ। ਹੁਣ ਇਹਨੂੰ ਲਿਖੇ ਹੋਏ ਨੂੰ ਨਾ ਭੁਲਾਓ। ਭਵਾਨੀਓ ਲਿਖਿਓ ਕੇ ਗੁਰਿਓ ਥਾਪ। ਆਹ ਵੇਖੋ ਤੁਸੀਂ ਭਵਾਨੀਓ ਲਿਖਿਆ ਕਿ ਗੁਰਿਓ ਲਿਖਿਆ।
ਉਹ ਕਹਿਣ ਲੱਗੇ ਗੁਰਿਓ, ਕਹਿੰਦੇ ਫਿਰ ਇਹ ਤਾਂ ਭਵਾਨੀਓ ਹੈ, ਗੁਰਿਓ ਕਿੱਥੇ ਆ ਫਿਰ ਬਾਬਾ ਜੀ? ਮੈਨੂੰ ਤਾਂ ਹੁਣ ਮੇਰਾ ਗੁਰਿਓ ਪੁੱਤ ਵੀ ਚਾਹੀਦਾ। ਸਤਿਗੁਰ ਕਹਿਓ ਹੱਸ ਮੈਰੀ ਚਰਿਤ੍ਰ ਹਾਰੀ। ਬਾਬਾ ਗੁਲਾਬ ਰਾਏ ਜੀ ਕਹਿੰਦੇ ਬੀਬਾ ਤੂੰ ਇਹ ਤਾਂ ਬੜੀ ਚਲਾਕੀ ਕੀਤੀ, ਚਤਰਾਈ ਕੀਤੀ, ਇਹ ਤਾਂ ਚਰਿੱਤਰ ਹੀ ਖੇਡਿਆ ਤੂੰ। ਗੁਰੂ ਪੀਰਾਂ ਨਾਲ ਏਦਾਂ ਚਰਿੱਤਰ ਨਹੀਂ ਖੇਡੀ ਦੇ। ਲੈ ਗੁਰਿਓ ਔਰ ਦੂਜੋ ਵਾਰੀ। ਨਾਲੇ ਹੱਸ ਵੀ ਪਏ, ਕਹਿੰਦੇ ਚੱਲ ਹੁਣ ਆ ਦੂਜੀ ਵਾਰੀ ਹੁਣ ਗੁਰਿਓ ਹੀ ਹੋਵੇਗਾ, ਹੁਣ ਇਹਦਾ ਨਾਮ ਗੁਰਿਓ ਹੀ ਰੱਖੀ ਤੇ ਗੁਰਿਓ ਪੋਤੀ ਤੇਰੇ ਘਰ ਹੋਵੇਗਾ। ਕਹਿੰਦੀ ਬਾਬਾ ਜੀ ਮੈਂ ਤਾਂ ਜੋੜੀ ਰਲਾਣੀ ਸੀ, ਮੇਰੇ ਪੁੱਤਰਾਂ ਦੀ ਜੋੜੀ ਰਲ ਜੇਗੀ ਤੇ ਮੈਂ ਵੀ ਵੇਖ ਵੇਖ ਕੇ ਮੇਰੀ ਛਾਤੀ ਠੰਡੀ ਹੋਵੇਗੀ, ਸ਼ੀਤਲ ਹੋਵੇਗੀ। ਪੁਰਾਣੇ ਸਮਿਆਂ ਦੀਆਂ ਮਾਈਆਂ ਦੇ ਮਨਾਂ ਦੇ ਖਿਆਲਾਤ ਹੁੰਦੇ ਆ ਜੋੜੀਆਂ ਰਲ ਜਾਣ। ਹਾਂਜੀ। ਦੋਹਰਾ ਫਿਰ ਗੁਰਿਓ ਦੂਜੋ ਪਇਓ ਕਰ ਹੁਨਰ ਦੋਏ ਸੁਤ ਲੀਨ। ਕਹਿੰਦੇ ਏਦਾਂ ਫਿਰ ਉਹ ਗੁਰਿਓ ਪੁੱਤ ਦੁਬਾਰਾ ਕੁਝ ਸਮਾਂ ਪਾ ਕੇ ਉਸ ਮਹਿਰੀ ਦੀ ਕੁੱਖੋਂ ਜਨਮ ਲਿਆ। ਏਦਾਂ ਦੋ ਪੁੱਤਰ ਉਹਨੇ ਬਾਬੇ ਗੁਲਾਬ ਰਾਏ ਕੋਲੋਂ ਲਏ। ਗੱਲ ਉਸ ਵੇਲੇ ਪ੍ਰਗਟ ਹੋਈ, ਪ੍ਰਚਲਿਤ ਹੋਈ। ਚਰਿਤਰਨ ਕੋ ਕਰ ਨਾਰ ਹੈ ਜਿਨ ਚਰਿਤ੍ਰ ਗੁਰੂ ਸੋ ਕੀਨ। ਕਹਿੰਦੇ ਗੁਰੂ ਨਾਲ ਵੀ ਚਰਿੱਤਰ ਕਰ ਲਿਆ, ਹਾਲਾਂਕਿ ਕਦੇ ਗੁਰੂ ਪੀਰਾਂ ਨਾਲ ਚਲਾਕੀਆਂ ਨਹੀਂ ਕਰੀਦੀਆਂ। ਗੁਰੂ ਪੀਰਾਂ ਅੱਗੇ ਤਾਂ ਹੱਥ ਜੋੜ ਕੇ ਬੇਨਤੀਆਂ ਬਣਦੀਆਂ ਨੇ, ਪਰ ਗੁਰੂ ਜਿਹੋ ਜਿਹਾ ਸੀ ਚੇਲੇ ਵੀ ਅੱਗੋਂ ਉਹੋ ਜਿਹੇ ਹੋਣੇ ਸੀ ਨਾ। ਜੇ ਗੁਰੂ ਕਲਗੀਧਰ ਪਾਤਸ਼ਾਹ ਹੁੰਦੇ ਤੇ ਮਾਈ ਹੁੰਦੀ ਅੱਗੋਂ ਦੇਸਾਂ ਵਰਗੀ ਜਾਂ ਸੁਲੱਖਣੀ ਵਰਗੀ, ਤੇ ਉੱਥੇ ਇੱਕ ਭਾਵਨਾ ਲੈ ਕੇ ਆਈ ਸੀ ਵੀ ਇੱਕ ਹੋ ਜੇ। ਉੱਥੇ 7 ਪੁੱਤਰਾਂ ਦੀਆਂ ਦਾਤਾਂ ਲੈ ਕੇ ਗਈ ਕਿ ਨਹੀਂ ਗਈ? ਸੱਤ ਪੁੱਤਰਾਂ ਦੀਆਂ ਮੰਗਣ ਇੱਕੋ ਹੀ ਆਈ ਸੀ ਤੇ ਇਹ 2 ਮੰਗਣ ਆਈ ਸੀ, ਇੱਕ ਮਿਲਿਆ ਸੀ। ਫਿਰ ਚਰਿੱਤਰ ਕਰਨਾ ਪਿਆ ਇਹਨੂੰ। ਪੂਰੇ ਗੁਰੂ ਦੀ ਗੱਲ ਹੈ। ਪੂਰਾ ਗੁਰੂ ਮਿਹਰਬਾਨ ਹੁੰਦਾ। ਉਹ ਜਦੋਂ ਮਿਹਰ ਦੇ ਘਰ ਵਿੱਚ ਆਉਂਦਾ ਤੇ ਬੰਦੇ ਦੀ ਔਕਾਤ ਤੋਂ ਉਹ ਸੋਚਦਾ ਵੀ ਮੈਂ ਇੰਨਾ ਕੁ ਚਾਹੀਦਾ, ਪਤਾ ਨਹੀਂ ਕਿੰਨਾ ਕੁ ਕੁਝ ਦੇ ਕੇ ਸਤਿਗੁਰੂ ਜੀ ਨਿਵਾਜ ਦਿੰਦੇ ਆ। ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ ਭਾਈ। ਪੂਰੇ ਗੁਰੂ ਦੇ ਅੰਦਰ ਦਿਆਲਤਾ ਹੈ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਉਹ ਕਹਿੰਦੇ ਜਿਵੇਂ ਅੰਬ ਦੀ ਮਿਠਾਸ ਇਮਲੀ ਚੋਂ ਨਹੀਂ ਮਿਲਦੀ, ਪਿਤਾ ਦਾ ਪਿਆਰ ਪੜੋਸੀ ਕੋਲੋਂ ਨਹੀਂ ਮਿਲਦਾ, ਸਮੁੰਦਰ ਜਿੰਨੀ ਗਹਿਰਾਈ ਕਿਸੇ ਛੱਪੜ ਤੇ ਟੋਏ ਵਿੱਚੋਂ ਨਹੀਂ ਮਿਲਦੀ। ਧੰਨ ਗੁਰੂ ਨਾਨਕ ਸਾਹਿਬ ਜੈਸੀ ਕਿਰਪਾ ਦੁਨੀਆ ਦੇ दया किते नहीं है। तो सो नहीं नाथ अनाथ न मोह सर, तो सो नाही दाता भिखारी न मोसो। महाराज तुहाडे वर्गा दाता नहीं, मेरे वर्गा भिखारी नहीं, तुहाडे वर्गा नाथ नहीं ते मेरे वर्गा अनाथ नहीं। हुण गुलाब राय दे बाबत कुछ प्रसंग भाई रतन सिंह तक पहुंचे ने, पचाए कहने ने सुलखणे मसंद दे पोतरे ने जो सरहंद दा रहन वाला सी। इस करके ग्रंथ दी कथा जिहड़ी है ना, इनू हर विद्वान हर इतिहासकार पूर्ण तौर ते सही जानदा तथ्थां दे आधार ते, क्योंकि बिल्कुल सीने बसीने जिवें चलदी आउंदी है ना बात, वो सुन के लिखी है भाई साहब ने। सुलखणे मसंद दा एक पोतरा सी ਜਿਹੜਾ ਭਾਈ ਰਤਨ ਸਿੰਘ ਹੋਣਾ ਨੂੰ ਮਿਲਿਆ। ਉਹਨੇ ਗੁਲਾਬ ਰਾਏ ਦੇ ਕੁਝ ਪ੍ਰਸੰਗ ਉਹ ਸੁਣਾਏ ਨੇ ਆ ਕੇ ਭਾਈ ਰਤਨ ਸਿੰਘ ਹੋਣਾ ਨੂੰ, ਤੇ ਭਾਈ ਸਾਹਿਬ ਸਾਨੂੰ ਸੁਣਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪੰਥ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਵਣਹਾਰ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।